ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1376 ਤੇ ਆਖਰੀ ਪੰਕਤੀ ਹੈ 230 ਨੰਬਰ ਤੋਂ ਬਾਅਦ। ਅੰਗ 1376 ਹੇਠਲੀ ਪੰਕਤੀ ਹੈ 230 ਨੰਬਰ ਤੋਂ ਬਾਅਦ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈਐ, ਠਾਕ ਨਾ ਅਵਕਟ ਘਾਟ। ਸਾਧੂ ਜਾਂ ਗੁਰੂ ਦੀ ਸੰਗਤ ਤਾਂ ਹੀ ਪ੍ਰਾਪਤ ਹੁੰਦੀ ਹੈ। ਲਿਖਿਆ ਹੋਏ ਲਿਲਾਟ, ਲਿਲਾਟ ਦਾ ਮੱਥਾ, ਜੇ ਮੱਥੇ 'ਤੇ ਐਸਾ ਲਿਖਿਆ ਹੋਇਆ ਹੈ ਕਿ ਤੈਨੂੰ ਗੁਰੂ ਦੀ ਸਾਧੂ ਦੀ ਸੰਗਤ ਪ੍ਰਾਪਤ ਹੋਈ ਤਾਂ ਹੁੰਦੀ ਹੈ। ਮੈਂ ਕਿੰਨੇ ਵਾਰੀ ਕਿਹਾ ਕਿ ਹਰ ਇੱਕ ਮਨੁੱਖ ਦੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ। ਸਿਰਫ ਇੰਨਾ ਕਿ ਸਾਨੂੰ ਪਤਾ ਨਾ ਹੋਣ ਕਾਰਨ ਅਸੀਂ ਸਾਰੀ ਉਮਰ ਚਿੰਤਾ ਕਰਦੇ ਰਹੇ, ਕੱਲ੍ਹ ਨੂੰ ਕੀ ਹੋਏਗਾ, ਪਰਸੋਂ ਨੂੰ ਕੀ ਹੋਏਗਾ। ਜੇ ਆਪਾਂ ਨੂੰ ਪਤਾ ਲੱਗ ਜਾਏ ਵੀ ਆਪਣੀ ਕਿਸਮਤ 'ਚ ਲਿਖਿਆ ਹੈ, ਫਿਰ ਬੰਦਾ ਨਿਸ਼ਚਿੰਤ ਰਹਿੰਦਾ ਹੈ, ਫਿਰ ਉਹਨੂੰ ਚਿੰਤਾ ਨਹੀਂ ਹੁੰਦੀ ਹੈ। ਸੋ ਲਿਖਿਆ ਸਭ ਕੁਛ ਹੈ। ਗੁਰੂ ਜਾਂ ਸਾਧੂ ਦੀ ਸੰਗਤ ਤਾਂ ਪ੍ਰਾਪਤ ਹੁੰਦੀ ਹੈ ਜੇ ਮੱਥੇ 'ਤੇ ਲਿਖਿਆ ਹੋਇਆ ਹੋਵੇ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈਐ, ਠਾਕ ਨਾ ਅਵਕਟ ਘਾਟ। ਮੁਕਤ ਪਦਾਰਥ ਭਾਵ ਮੁਕਤੀ। ਪਦਾਰਥ ਜਿਹੜਾ ਹੈ ਧਰਮ ਦੇ ਵਿੱਚ ਬਹੁਤ ਕੀਮਤੀ ਚੀਜ਼ ਨੂੰ ਪਦਾਰਥ ਕਿਹਾ ਗਿਆ ਹੈ। ਜਿਹੜੀ ਬਹੁਤ ਕੀਮਤੀ ਚੀਜ਼ ਹੈ ਉਸ ਨੂੰ ਪਦਾਰਥ ਕਿਹਾ ਗਿਆ ਹੈ। ਸੋ ਮੁਕਤੀ ਵੀ ਇੱਕ ਪਦਾਰਥ ਹੈ। ਠਾਕ ਹੁੰਦਾ ਰੋਕ, ਅਵ ਘਟ ਹੁੰਦਾ ਔਖਾ, ਘਾਟ ਮਨੇ ਰਸਤਾ। ਪਰਮਾਤਮਾ ਨੂੰ ਹੁਣ ਮਿਲਣਾ ਰਸਤਾ ਬੜਾ ਔਖਾ ਹੈ, ਪਰ ਜੇ ਪ੍ਰਾਪਤੀ ਲਿਖੀ ਹੋਈ ਹੈ ਮੱਥੇ 'ਤੇ ਤਾਂ ਫਿਰ ਮੁਕਤੀ ਮਿਲ ਜਾਏਗੀ, ਅਤੇ ਫਿਰ ਕੋਈ ਰੁਕਾਵਟ ਪਾਉਣ ਵਾਲਾ ਵੀ ਨਹੀਂ। ਔਖੇ ਰਾਹ 'ਤੇ ਕੋਈ ਰੁਕਾਵਟ ਨਹੀਂ ਪੈਂਦੀ, ਕਿਉਂਕਿ ਲਿਖਿਆ ਹੋਇਆ ਸੀ ਪਹਿਲਾਂ ਹੀ। ਗੁਰੂ ਦੀ ਪ੍ਰਾਪਤੀ ਹੋ ਗਈ, ਇਸ ਲਈ ਮੁਕਤੀ ਪ੍ਰਾਪਤ ਹੋ ਗਈ। ਜਦੋਂ ਕਿਸੇ ਨੂੰ ਮੁਕਤੀ ਮਿਲ ਗਈ ਤਾਂ ਫਿਰ ਪਰਮਾਤਮਾ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦਾ। ਠਾਕ ਰੋਕ ਜਾਂ ਰੁਕਾਵਟ, ਅਬ ਘਟ ਹੁੰਦਾ ਔਖਾ, ਘਾਟ ਹੁੰਦਾ ਰਸਤਾ। ਸੋ ਪਰਮਾਤਮਾ ਦੇ ਔਖੇ ਰਾਹ 'ਤੇ ਕੋਈ ਰੁਕਾਵਟ ਨਹੀਂ ਪੈਂਦਾ, ਕਿਉਂਕਿ ਲਿਖਿਆ ਹੋਇਆ ਹੈ। ਹੁਣ ਸਵਾਲ ਪੈਂਦਾ ਵੀ ਜੇ ਨਹੀਂ ਲਿਖਿਆ ਫਿਰ ਕੀ ਕੀਤਾ ਜਾਵੇ? ਜੇ ਨਹੀਂ ਲਿਖਿਆ ਹੋਇਆ ਫਿਰ ਕੀ ਕੀਤਾ ਜਾਵੇ? ਗੁਰਬਾਣੀ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ। ਤੁਸੀਂ ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਸਤਸੰਗ ਕਰੀ ਜਾਓ, ਤੁਹਾਡੀ ਕਿਸਮਤ ਬਦਲਣੀ ਸ਼ੁਰੂ ਹੋ ਜਾਏਗੀ। ਕਈ ਵਾਰੀ ਲਿਖਿਆ ਹੁੰਦਾ ਹੈ ਪਰ ਭਾਗ ਨਹੀਂ ਖੁੱਲ੍ਹੇ ਹੁੰਦੇ। ਕਈ ਵਾਰੀ ਭਾਗਾਂ 'ਚ ਲਿਖਿਆ ਹੁੰਦਾ ਪਰ ਉਹ ਖੁੱਲ੍ਹਦੇ ਨਹੀਂ ਹੈਗੇ। ਉਹ ਫਿਰ ਜਦੋਂ ਆਪਾਂ ਗੁਰੂ ਧਾਰਨ ਕਰਾਂਗੇ ਫਿਰ ਸਾਡੀ ਕਿਸਮਤ ਖੁੱਲ੍ਹੇਗੀ। ਤੀਸਰੇ ਪਾਤਸ਼ਾਹ ਨੂੰ ਜਦੋਂ ਅਜੇ ਗੁਰੂ ਨਹੀਂ ਸਨ ਬਣੇ ਤਾਂ ਪੰਡਿਤ ਨੇ ਦੱਸਤਾ ਸੀ ਕਿ ਤੁਸੀਂ ਬਹੁਤ ਵੱਡੇ ਸਾਧੂ ਬਣੋਗੇ। ਉਦੋਂ ਕੋਈ ਸਾਧੂ ਨਹੀਂ ਸਨ ਬਣੇ। ਪੰਡਿਤ ਨੇ ਕਿਹਾ ਵੀ ਤੁਸੀਂ ਨਿਗੋਰੇ ਹੋਣ ਕਰਕੇ ਤੁਹਾਡੇ ਭਾਗ ਨਹੀਂ ਖੁੱਲ੍ਹ ਰਹੇ। ਤੁਹਾਡੇ ਭਾਗਾਂ 'ਤੇ ਲਿਖਿਆ ਹੋਇਆ ਹੈ, ਪਰ ਤੁਸੀਂ ਨਿਗੋਰੇ ਹੋ। ਤੁਸੀਂ ਗੁਰੂ ਧਾਰਨ ਕਰ ਲਓ, ਫਿਰ ਦੇਖਿਓ ਕਿਵੇਂ ਤੁਹਾਡੀ ਕਿਸਮਤ ਖੁੱਲ੍ਹਦੀ ਹੈ। ਫਿਰ ਉਹਨਾਂ ਨੇ ਦੂਸਰੇ ਪਾਤਸ਼ਾਹ ਨੂੰ ਗੁਰੂ ਧਾਰਨ ਕੀਤਾ, ਕੁਝ ਸਾਲ ਸੇਵਾ ਸਿਮਰਨ ਕੀਤੀ, ਆਪ ਗੁਰੂ ਬਣ ਗਏ। ਕਈ ਵਾਰੀ ਭਾਗਾਂ 'ਚ ਲਿਖਿਆ ਹੁੰਦਾ ਹੈ ਪਰ ਭਾਗ ਨਹੀਂ ਜਾਗਦੇ, ਅਤੇ ਕਈ ਵਾਰੀ ਲਿਖਿਆ ਹੀ ਨਹੀਂ ਹੁੰਦਾ, ਅਤੇ ਫਿਰ ਆਪਾਂ ਨੂੰ ਬਹੁਤ ਯਤਨ ਕਰਨਾ ਪੈਂਦਾ। ਭਜਨ ਬੰਦਗੀ ਕਰ ਕਰਕੇ ਆਪਾਂ ਆਪਣੀ ਕਿਸਮਤ ਬਦਲ ਸਕਦੇ ਹਾਂ। ਬੈਡ ਲੱਕ ਨੂੰ ਅਸੀਂ ਗੁੱਡ ਲੱਕ 'ਚ ਬਦਲ ਸਕਦੇ ਹਾਂ। ਅਮੀਰੀ ਨੂੰ ਅਸੀਂ ਗਰੀਬੀ ਨੂੰ ਅਸੀਂ ਅਮੀਰੀ 'ਚ ਬਦਲ ਸਕਦੇ ਹਾਂ। ਦੁੱਖ ਨੂੰ ਅਸੀਂ ਸੁੱਖ 'ਚ ਬਦਲ ਸਕਦੇ ਹਾਂ। ਕਿਉਂਕਿ ਜੇ ਅਸੀਂ ਬਦਲ ਹੀ ਨਾ ਸਕਦੇ ਤਾਂ ਫਿਰ
ਨਾ ਨਾਮ ਜਪਣ ਦਾ ਫਾਇਦਾ ਸੀ ਅਤੇ ਨਾ ਕੋਈ ਬਾਣੀ ਪੜ੍ਹਨ ਦਾ ਫਾਇਦਾ ਸੀ। ਜੇ ਹੋ ਜਾਂਦਾ ਵੀ ਤੁਹਾਡੀ ਕਿਸਮਤ ਬਦਲਣੀ ਨਹੀਂ ਤਾਂ ਫਿਰ ਤਾਂ ਸਤਸੰਗ ਕਰਨ ਦਾ ਵੀ ਕੋਈ ਫਾਇਦਾ ਨਹੀਂ, ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਨਾਮ ਜਪਣ ਦਾ ਕੋਈ ਫਾਇਦਾ ਨਹੀਂ। ਉਹ ਕਹਿੰਦੇ ਨਹੀਂ, ਤੁਸੀਂ ਸਤਸੰਗ ਕਰੋ, ਬਾਣੀ ਪੜ੍ਹੋ, ਨਾਮ ਜਪੋ, ਤੁਹਾਡੀ ਕਿਸਮਤ ਬਦਲ ਜਾਵੇਗੀ। ਇਸ ਲਈ ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਘੜੀ ਆਦਿ ਕਰੇ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟ, ਜੋ ਕੀਨੇ ਸੋ ਲਾਭ। ਹਿੰਦੀ ਦਾ ਸ਼ਬਦ ਹੈ ਗੋਸ਼ਟੀ, ਆਪਸ ਜਿਹੜਾ ਵਿਚਾਰ ਵਟਾਂਦਰਾ ਕਰਦੇ, ਬਚਨ ਬਿਲਾਸ। ਕਬੀਰ ਸਾਹਿਬ ਕਹਿੰਦੇ ਵੀ ਭਗਤਾਂ ਦੇ ਨਾਲ ਜਿਹੜਾ ਬਚਨ ਬਿਲਾਸ ਹੈ ਨਾ, ਉਹ ਜੇ ਏਕ ਘੜੀ 24.5 ਮਿੰਟ ਦੀ ਘੜੀ ਹੁੰਦੀ ਹੈ, 24.5 ਮਿੰਟ ਦੀ ਘੜੀ ਹੁੰਦੀ ਹੈ, ਅਤੇ 64 ਘੜੀਆਂ ਦਾ ਇੱਕ ਦਿਨ ਰਾਤ ਬਣਦਾ ਹੈ। ਇੱਕ ਘੜੀ, ਜੇ ਇੱਕ ਘੜੀ ਵੀ ਸਮਾਂ ਮਿਲੇ ਆਧੀ ਘੜੀ, ਇੱਕ ਘੜੀ ਨਹੀਂ ਮਿਲੀ ਅੱਧੀ ਘੜੀ ਸਹੀ, 12 ਮਿੰਟ ਹੀ ਸਹੀ, 12 ਮਿੰਟ ਵੀ ਨਹੀਂ ਮਿਲੇ ਆਧੀ ਹੂੰ ਤੇ ਆਧ 6 ਮਿੰਟ ਹੀ ਸਹੀ। ਜੇ ਤਾਂ ਘੜੀ ਮਿਲ ਗਈ 24.5 ਮਿੰਟ ਮਿਲ ਗਏ, ਸਾਧੂਆਂ ਨਾਲ ਗੱਲਬਾਤ ਕਰਨੀ ਤਾਂ ਪਤਾ ਕਿ ਬੜੀ ਚੰਗੀ ਗੱਲ ਹੈ। ਚਲੋ ਜੀ 24 ਮਿੰਟ ਨਹੀਂ ਮਿਲੇ 12 ਮਿੰਟ ਹੀ ਸਹੀ, 12 ਨਹੀਂ ਮਿਲੇ 6 ਮਿੰਟ ਹੀ ਸਹੀ। ਭਗਤਨ ਸੇਤੀ ਗੋਸ਼ਟ, ਭਗਤਾਂ ਦੇ ਨਾਲ ਜਿਹੜੇ ਹੀ ਅਸੀਂ ਬਚਨ ਬਿਲਾਸ ਕਰਾਂਗੇ, ਜੋ ਕੀਨੇ ਸੋ ਲਾਭ, ਜਿੰਨੇ ਬਚਨ ਬਿਲਾਸ ਕਰ ਲਏ ਉਹਨੇ ਲਾਭ, ਲਾਭ ਹੀ ਲਾਭ ਹੈ। ਕਹਿ ਜੇ ਬਹੁਤਾ ਨੇ ਸਮਾਂ ਨਹੀਂ ਤੁਹਾਡੇ ਕੋਲ, ਜਿੰਨਾ ਸਮਾਂ ਵੀ ਹੈ ਸਤ ਸੰਗਤ ਕਰੋ, ਕਿਉਂਕਿ ਸਤਸੰਗ ਦਾ ਦੱਸਿਆ ਨੇ ਲਾਭ ਹੀ ਲਾਭ ਹੈ। ਜਿੰਨਾ ਸਮਾਂ ਸਤਸੰਗ ਕਰ ਲਾਂਗੇ ਲਾਭ ਹੀ ਲਾਭ ਹੈ। ਇਹ ਸਤਸੰਗ ਦੀ ਮਹਾਨਤਾ ਦਿੱਤੀ ਹੋਈ ਹੈ ਕਿ ਚਲੋ ਜਿੰਨਾ ਸਮਾਂ ਹੋਵੇ ਉਨਾ ਹੀ ਸਹੀ। ਕਈ ਵਾਰੀ ਰੁਝੇਵੇਂ ਇੰਨੇ ਹੁੰਦੇ ਨੇ ਕਿ ਬਹੁਤਾ ਸਮਾਂ ਨਹੀਂ ਹੁੰਦਾ, ਜਿੰਨਾ ਸਮਾਂ ਹੈ ਉਨਾ ਸਮਾਂ ਹੀ ਸਹੀ। ਸੋ ਕਹਿਣ ਦਾ ਭਾਵ ਤਾਂ ਇਹ ਹੈ ਕਿ ਭਾਈ ਭਜਨ ਬੰਦਗੀ ਕਰਨੀ ਹੈ, ਸਾਧੂਆਂ ਦੀ ਗੁਰੂ ਦੀ ਸੰਗਤ ਕਰਨੀ ਹੈ। ਮਹਾਨਤਾ ਤਾਂ ਇਸ ਦੀ ਉਹ ਦੱਸ ਰਹੇ ਨੇ ਵੀ ਤੁਸੀਂ 2 ਕੰਮ ਕਰਦੇ ਰਹੋ, ਸਤ ਸੰਗਤ ਕਰੋ, ਬਾਣੀ ਪੜ੍ਹੋ, ਨਾਮ ਜਪੋ, ਤੁਹਾਡੇ ਆਪੇ ਕਿਸਮਤ ਬਦਲ ਜਾਏਗੀ। ਇਸ ਤਰ੍ਹਾਂ ਕਰਦਿਆਂ ਕਰਦੇ ਇੱਕ ਦਿਨ ਆਏਗਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸੋ ਇਸ ਲਈ ਉਸ ਤਾਂ ਉਹਨੇ 6 ਮਿੰਟ ਕਿਹਾ ਵੀ ਕੋਈ ਹੌਸਲਾ ਨਾ ਛੱਡ ਜਾਵੇ, ਇੰਨੇ ਘੰਟੇ ਜ਼ਰੂਰ ਕਰੋ ਜੀ। ਉਹ ਕਹੇ ਚਲੋ ਇੱਕ ਘੜੀ, ਅੱਧੀ ਘੜੀ ਨਹੀਂ ਮਿਲਦੀ ਅੱਧੀ ਘੜੀ ਸਹੀ, ਅੱਧੀ ਨਹੀਂ ਮਿਲਦੀ ਅੱਧੀ ਤੋਂ ਅੱਧੀ ਸਹੀ, ਵੀ ਕੁਛ ਸਮਾਂ ਤਾਂ ਜ਼ਰੂਰ ਕਰੋ ਨਾ, ਆਹ ਭਾਵ ਹੁੰਦਾ। ਕਿਉਂਕਿ ਕੀ ਪਤਾ ਜਦੋਂ ਤੁਸੀਂ ਪਹੁੰਚੇ ਹੋ ਉਦੋਂ ਹੀ ਗੁਰੂ ਮਹਾਰਾਜ ਕੋਈ ਖਾਸ ਗੱਲ ਕਹਿ ਰਹੇ ਹੋਣ ਅਤੇ ਤੁਹਾਡੇ ਸੁਣਦੇ ਸਾਰੇ ਤੁਹਾਡੇ ਮਨ 'ਤੇ ਅਸਰ ਹੋ ਜਾਏ ਅਤੇ ਤੁਹਾਡੀ ਜ਼ਿੰਦਗੀ ਬਦਲ ਜਾਏ। ਇਸ ਲਈ ਜਿੰਨਾ ਵੀ ਸਮਾਂ ਮਿਲੇ ਸਤ ਸੰਗਤ ਕਰੋ। ਕਬੀਰ ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਹੇ, ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲ ਜਾਹੇ। ਭਾਂਗ ਭੰਗ, ਮਾਛਲੀ ਮੱਛੀ, ਸੁਰਾਪਾਨ ਸ਼ਰਾਬ। ਜਿਹੜੇ ਭੰਗ ਪੀਂਦੇ ਨੇ, ਮੱਛੀ ਖਾਂਦੇ ਪਾ ਮੀਟ ਖਾਂਦੇ ਨੇ, ਸ਼ਰਾਬ ਪੀਂਦੇ ਨੇ, ਜੋ ਜੋ ਪ੍ਰਾਣੀ ਖਾਹੇ ਜਿਹੜੇ ਵਰਤੋਂ ਕਰਦੇ ਨੇ, ਭੰਗ ਪੀਂਦੇ ਨੇ, ਮਾਸ ਖਾਂਦੇ ਨੇ, ਸ਼ਰਾਬ ਪੀਂਦੇ ਨੇ। ਤੀਰਥ ਬਰਤ ਨੇਮ ਕੀਏ, ਚਾਹੇ ਜਿੰਨੇ ਮਰਜ਼ੀ ਤੀਰਥਾਂ 'ਤੇ ਜਾਵਣ, ਇਸ਼ਨਾਨ ਕਰਨ, ਜਿੰਨੇ ਮਰਜ਼ੀ ਵਰਤ ਰੱਖ ਲੈਣ, ਜਿੰਨੇ ਮਰਜ਼ੀ ਨੇਮ ਚੱਕ ਲੈਣ। ਇਹ ਜਿਹੜੇ ਭੰਗ ਪੀਣ ਵਾਲੇ ਨੇ, ਮੱਛੀ ਖਾਣ ਵਾਲੇ ਨੇ, ਸ਼ਰਾਬ ਪੀਣ ਵਾਲੇ ਨੇ, ਅਤੇ ਸਭੈ ਰਸਾਤਲ ਜਾਹੇ, ਰਸਾਤਲ ਦਾ ਨਰਕ, ਇਹ ਸਾਰੇ ਨਰਕਾਂ ਨੂੰ ਜਾਣਗੇ। ਇਸ ਲਈ ਭਾਈ ਸ਼ਰਾਬ ਨਹੀਂ ਪੀਣੀ ਚਾਹੀਦੀ, ਮੀਟ ਨਹੀਂ ਖਾਣਾ ਚਾਹੀਦਾ, ਇਹ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ। ਸੋ ਰੋਕਿਆ ਹੈ ਕਬੀਰ ਸਾਹਿਬ ਨੇ। ਬਾਕੀ ਹੁਣ ਖਾਈ ਜਾਓ, ਪੀਵੀ ਜਾਓ, ਤੁਹਾਡੀ ਮਰਜ਼ੀ ਹੈ। ਬਾਣੀ ਇਸ ਦੀ ਆਗਿਆ ਨਹੀਂ ਦਿੰਦੀ। ਕਿਉਂ? ਜੇ ਆਪਾਂ ਮੀਟ ਖਾਵਾਂਗੇ ਤਾਂ ਸਾਡੇ ਲਈ ਜਾਨਵਰ, ਪਸ਼ੂ ਮਾਰੇ ਜਾਣਗੇ।
ਅਤੇ ਬਾਣੀ 'ਚ ਲਿਖਿਆ ਮੁੱਲਾਂ ਨੂੰ ਵੀ ਮੁੱਲਾਂ, ਜੇ ਤੂੰ ਕਹਿੰਦਾ ਵੀ ਸਾਰਿਆਂ 'ਚ ਅੱਲਾ ਤਾਂ ਕਿਉਂ ਮੁਰਗੀ ਮਾਰ? ਕੀ ਮੁਰਗੀ 'ਚ ਅੱਲਾ ਨਹੀਂ? ਫਿਰ ਮੁਰਗੀ ਕਿਉਂ ਮਾਰਦਾ? ਉਹ 'ਚ ਵੀ ਤਾਂ ਅੱਲਾ ਹੈ ਨਾ। ਇਸ ਲਈ ਕਬੀਰ ਸਾਹਿਬ ਨੂੰ ਕਿਸੇ ਪੁੱਛਿਆ ਸੀ, ਗੰਗਾ ਦੇ ਕੰਢੇ ਬੈਠੇ ਭਜਨ ਬੰਦਗੀ ਕਰ ਰਹੇ ਨੇ, ਉੱਥੇ ਮਛੇਰੇ ਸਨ, ਮੱਛੀਆਂ ਪੜ੍ਹ ਰਹੇ ਨੇ। ਕਬੀਰ ਸਾਹਿਬ ਤੁਸੀਂ ਵੀ ਮੱਛੀ ਮੁੱਛੀ ਖਾ ਲਓ। ਕਹਿੰਦੇ ਭਾਈ ਮੈਨੂੰ ਤਾਂ ਗਿਆਨ ਹੈ, ਮੈਂ ਤਾਂ ਨਹੀਂ ਖਾਂਦਾ। ਕਿਹਾ ਜੀ ਕੀ ਗਿਆਨ ਹੈ? ਕਹਿੰਦੇ ਜੇ ਮੈਂ ਇੱਕ ਵਾਰੀ ਮੱਛੀ ਖਾਵਾਂਗਾ ਮੈਨੂੰ ਇੱਕ ਜਨਮ ਮੱਛੀ ਦਾ ਲੈਣਾ ਪਏਗਾ, ਫਿਰ ਉਹ ਵੀ ਮੈਨੂੰ ਫੜ ਕੇ ਖਾਣਗੇ। ਮੈਨੂੰ ਕਿਉਂਕਿ ਗਿਆਨ ਹੈ ਕਿ ਜੇ ਮੱਛੀ ਖਾਵਾਂਗਾ ਮੈਨੂੰ ਇੱਕ ਜਨਮ ਮੱਛੀ ਦਾ ਲੈਣਾ ਪਵੇਗਾ, ਜਿਵੇਂ ਮੈਂ ਫੜ ਕੇ ਖਾਵਾਂਗਾ ਇਸੇ ਤਰ੍ਹਾਂ ਅਗਲੇ ਮੈਨੂੰ ਫੜ ਕੇ ਖਾਣਗੇ। ਇਸ ਲਈ ਕਹਿੰਦੇ ਮੈਂ ਮੱਛੀ ਨਹੀਂ ਖਾਂਦਾ, ਭਾਵੇਂ ਮੀਟ ਨਹੀਂ ਖਾਂਦਾ। ਕਬੀਰ ਹੀਰਾ ਰੋਟੀ ਕਾਰ ਨੇ ਗਲਾ ਕਟਾਵੇ ਕੌਣ? ਮੀਟ ਵਾਲੀ ਰੋਟੀ ਖਾਣ ਲਈ ਆਪਣਾ ਗਲਾ ਕੌਣ ਕਟਾਏ? ਅੱਜ ਤਾਂ ਠੀਕ ਹੈ ਮੀਟ ਖਾ ਲਾਂਗੇ, ਅਗਲੇ ਜਨਮ 'ਚ ਅਸੀਂ ਫਿਰ ਡੰਗਰ ਬਣਾਂਗੇ, ਅਗਲਾ ਸਾਡਾ ਗਲਾ ਵੱਢਣਗੇ। ਕਿਉਂਕਿ ਕਰਮਾਂ ਦਾ ਹਿਸਾਬ ਤਾਂ ਹੋਣਾ ਹੀ ਹੋਣਾ। ਜੋ ਤੁਸੀਂ ਕਰ ਰਹੇ ਹੋ ਉਹੀ ਕੁਛ ਹੀ ਤੁਹਾਡੇ ਨਾਲ ਹੋਣਾ ਹੈ। ਕਰ ਲਓ ਜੋ ਮਰਜ਼ੀ ਕਰ ਲਓ। ਕੋਈ ਇਨਸਾਨ ਕਰਮ ਕਰਨ ਤੋਂ ਬਾਅਦ ਉਹਦੇ ਫਲ ਤੋਂ ਨਹੀਂ ਬਚ ਸਕਦਾ। ਮੇਰੇ ਮਨ 'ਚ ਚੋਰੀ ਦਾ ਖਿਆਲ ਆ ਰਿਹਾ, ਪਰ ਮੈਂ ਜੇ ਚੋਰੀ ਨਹੀਂ ਕੀਤੀ ਮੇਰਾ ਮਨ ਮੈਲਾ ਹੋ ਜਾਏਗਾ, ਮੇਰੀ ਭਜਨ ਬੰਦਗੀ ਨੁਕਸ ਪੈ ਜਾਏਗਾ, ਰਿਕਾਰਡ ਪੈ ਜਾਏਗੀ, ਮਨ ਮੈਲਾ ਹੋ ਗਿਆ। ਜੇ ਮੈਂ ਚੋਰੀ ਕਰ ਲਈ, ਮੰਨ ਲਓ ਕਿਸੇ ਦਾ 1,00,000 2,00,000 ਮੈਂ ਲੁੱਟ ਲਿਆ ਹਾਂ, ਫਿਰ ਉਹ ਮੇਰਾ ਨੁਕਸਾਨ ਤਾਂ ਹੋਣਾ ਹੀ ਹੋਣਾ। ਫਿਰ ਅਗਲੇ ਜਨਮ ਜਦੋਂ ਨੁਕਸਾਨ ਹੁੰਦੇ ਨੇ ਫਿਰ ਬੰਦੇ ਨੂੰ ਸਮਝ ਨਹੀਂ ਆਉਂਦੀ, ਬਾਣੀ ਕਹਿੰਦੇ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਭੋਗੀ ਜਾ। ਹੁਣ ਰੋਈ ਜਾਂ ਪਿੱਟੀ ਜਾਂ ਫਿਰ ਭਜਨ ਬੰਦਗੀ ਕਰ ਡਟ ਕੇ, ਉਹ ਕਰਮ ਕੱਟ ਜਾਣ ਤਾਂ ਤੇਰਾ ਖੜਾ ਛੁੱਟੇਗਾ। ਜੋ ਵੀ ਇਨਸਾਨ ਕਰਮ ਕਰਦਾ ਹੈ, ਸਾਰੇ ਧਰਮ ਇਸ ਗੱਲ ਨੂੰ ਮੰਨਦੇ ਨੇ ਕਿ ਉਹਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ। ਕਰਮ ਕਰਨੇ ਆਸਾਨ ਹੁੰਦੇ ਨੇ, ਫਲ ਭੋਗਣੇ ਬੜੇ ਔਖੇ ਹੁੰਦੇ ਨੇ। ਕਰਮ ਕਰਨੇ ਕੋਈ ਬਹੁਤਾ ਨਹੀਂ ਔਖਾ ਹੁੰਦਾ ਕਈ ਵਾਰੀ, ਪਰ ਜੇ ਫਲ ਭੋਗਣਾ ਪੈਂਦਾ ਫਿਰ ਨਾਨੀ ਯਾਦ ਹੁੰਦੀ ਹੈ। ਇਸ ਲਈ ਕਹਿੰਦੇ ਜਿਹੜੇ ਭੰਗ ਪੀਂਦੇ ਨੇ, ਚਾਹੇ ਕਹੀ ਜੇ ਅਸੀਂ ਗੁਰੂ ਦੀ ਲਾਡਲੀ ਫੌਜਾਂ, ਜੋ ਮਰਜ਼ੀ ਕਹੀ ਜੋ, ਬਾਣੀ ਆਗਿਆ ਨਹੀਂ ਦਿੰਦੇ। ਕਬੀਰ ਸਾਹਿਬ ਨੇ ਕਹਿਤਾ ਕਿ ਗੁਰੂ ਨਾਨਕ ਨੇ ਕਹਿਤਾ, ਗੱਲ ਦੀ ਕੋਈ ਜੋ ਬਾਣੀ 'ਚ ਆ ਗਈ ਸਮਝੋ ਗੁਰੂ ਨੇ ਕਹੀ। ਇਹ ਨਹੀਂ ਕਿ ਕਬੀਰ ਸਾਹਿਬ ਕਹਿੰਦੇ ਤੇ ਬਾਕੀ ਠੀਕ ਹੈ ਜੀ, ਨਹੀਂ। ਜੋ ਬਾਣੀ 'ਚ ਗੱਲ ਆ ਗਈ ਉਹ ਹਰ ਇੱਕ ਵਿਅਕਤੀ 'ਤੇ ਲਾਗੂ ਹੁੰਦੀ ਹੈ। ਰਸਾਤਲ ਉਹਦਾ ਨਰਕਾਂ ਨੂੰ ਜਾਣਾ। ਸੋ ਜੇ ਕੋਈ ਇਹ ਕਹੇ ਹਾਂਜੀ ਪਾਪ ਕਰ ਲਓ ਜੀ, ਤੀਰਥ ਦੇ ਇਸ਼ਨਾਨ ਕਰ ਰਹਾਂਗੇ ਪਾਪ ਲੈ ਜਾਣਗੇ, ਕਿ ਨੋ, ਵਰਤ ਰੱਖਣ ਨਾਲ ਲੈ ਜਾਣਗੇ, ਨੋ ਕਹਿੰਦੇ। ਕੋਈ ਪ੍ਰਤਿੱਗਿਆ ਕਰ ਲਓ, ਨੇਮ ਹੁੰਦਾ ਪ੍ਰਤਿੱਗਿਆ ਕਰਨ, ਕੋਈ ਪ੍ਰਤਿੱਗਿਆ ਕਰ ਲਓ, ਨਹੀਂ ਗੱਲ ਬਣਦੀ। ਜੋ ਖਾ ਰਹੇ ਨੇ, ਸ਼ਰਾਬ ਪੀ ਰਹੇ ਨੇ, ਮੀਟ ਖਾ ਰਹੇ ਨੇ, ਭੰਗ ਪੀ ਰਹੇ ਨੇ, ਸਭੇ ਰਸਾਤਲ ਜਾਏ, ਸਭ ਨਰਕਾਂ ਨੂੰ ਕਹਿੰਦੇ ਜਾਣਗੇ। ਨੀਚੇ ਲੋਇਨ ਕਰ ਰਹੂੰ, ਲੈ ਸਾਜਨ ਘਟ ਮਾਹੀ, ਸਭ ਰਸ ਖੇਲੋਂ ਪੀ ਸੌਂ, ਕਿਸੀ ਲਖਾਵੋਂ ਨਹੀਂ। ਨੀਚੇ ਲੋਇਨ, ਲੋਇਨ ਦੇ ਅੱਖਾਂ, ਸਾਜਨ ਪਾ ਪਰਮਾਤਮਾ, ਪਰਮਾਤਮਾ ਘਟ ਮਾਹੇ, ਹਿਰਦੇ 'ਚ ਵਸਾ ਕੇ ਮੈਂ ਆਪਣੀਆਂ ਅੱਖਾਂ ਨੀਵੀਆਂ ਕਰ ਲਾਂਗੀ। ਮੈਂ ਆਪਣੀਆਂ ਅੱਖਾਂ ਨੀਵੀਆਂ ਕਰ ਲਾਂਗੇ ਆਪਣੇ ਪ੍ਰਭੂ ਪਤੀ ਨੂੰ ਹਿਰਦੇ 'ਚ ਵਸਾ ਕੇ। ਸਭ ਰਸ ਖੇਲੋਂ ਪੀਸੋ, ਪੀ ਪਤੀ, ਮੈਂ ਪ੍ਰਭੂ ਪਤੀ ਨਾਲ ਸਾਰੇ ਆਨੰਦ ਮਾਣਾਂਗੀ। ਕਿਸੇ ਲਿਖਾਵੋਂ ਨਹੀਂ, ਪਰ ਕਿਸੇ ਨੂੰ ਸ਼ੋਅ ਨਹੀਂ ਹੋਣ ਦਿਆਂਗੇ, ਕਿਸੇ ਨੂੰ ਦੱਸਾਂਗੀ ਨਹੀਂ। ਇਹ ਤਾਂ ਇੱਕ ਬੀਬੀ ਕਹਿੰਦੀ ਹੈ। ਹੁਣ ਦੂਸਰੀ ਬੀਬੀ ਕਹਿੰਦੀ ਹੈ, 8 ਜਾਮ 64 ਘਰੇ
तो निरखत रह जियो, नीचे लोयन क्यों करो, सब कट देखो पियो। 8 ਜਾਮ, ਜਾਮ ਦਾ ਪਹਿਰ 3 ਘੰਟਿਆਂ ਦਾ ਪਹਿਰ ਹੁੰਦਾ। ਦਿਨ ਰਾਤ 'ਚ 8 ਪਹਿਰ ਹੁੰਦੇ, 8 ਦੀ 24 ਘੰਟੇ। 8 ਜਾਮ 64 ਘੜੀ, 64 ਘੜੀਆਂ ਹੁੰਦੀਆਂ ਨੇ। 24.5 ਮਿੰਟ ਨੂੰ ਤੁਸੀਂ 64 ਨਾਲ ਗੁਣਾ ਕਰ ਲਓ, 24 ਘੰਟੇ ਬਣ ਜਾਣਗੇ। 8 ਪਹਿਰ 64 ਘੜੀਆਂ ਭਾਵ ਹਰ ਵਕਤ। ਤੋ ਨਿਰਖਤ ਰਹਿ ਜੀਓ, ਮੇਰਾ ਮਨ ਤੁਹਾਨੂੰ ਵੇਖਦਾ ਰਹੇ। ਨਿਰਖਤ ਹੁੰਦਾ ਵੇਖਣ, ਤੋ ਮੈਨੇ ਤੁਹਾਨੂੰ, ਮੇਰੀ ਜਿੰਦ ਤੁਹਾਨੂੰ 8 ਪਹਿਰ 64 ਘੜੀਆਂ ਪਾ ਹਰ ਵਕਤ ਵੇਖਦੀ ਰਹੇ। ਨੀਚੇ ਲੋਇਨ ਕਿਉਂ ਕਰੋ, ਮੈਂ ਆਪਣੀ ਅੱਖਾਂ ਨੀਵੀਆਂ ਕਿਉਂ ਕਰਾਂ। ਸਭ ਕੜ ਦੇਖੋ ਪੀਓ, ਕਿਉਂਕਿ ਮੈਨੂੰ ਤਾਂ ਸਾਰੇ ਸਰੀਰਾਂ 'ਚ ਪਰਮਾਤਮਾ ਦਿਸਦਾ ਹੈ। ਇਸ ਲਈ ਮੈਂ ਤਾਂ ਖੁੱਲ੍ਹੀਆਂ ਅੱਖਾਂ ਨਾਲ ਦੂਜੇ ਨੂੰ ਵੇਖਾਂਗੇ ਵੀ ਆਹ ਵੀ ਰੱਬ ਆ ਰਿਹਾ, ਆਹ ਵੀ ਰੱਬ ਆ ਰਿਹਾ, ਆਹ ਵੀ ਰੱਬ ਆ ਰਿਹਾ। ਇੱਕ ਫਿਊਚਰ ਬਾਰੇ ਕਹਿ ਰਿਹਾ ਵੀ ਜੇ ਮੈਨੂੰ ਪਰਮਾਤਮਾ ਦੀ ਇਸ ਤਰ੍ਹਾਂ ਦਰਸ਼ਨ ਹੋ ਜਾਣ, ਉਹਨੂੰ ਮੈਂ ਹਿਰਦੇ 'ਚ ਵਸਾ ਲਾਂਗੀ, ਕਿਸੇ ਨੂੰ ਦੱਸਾਂਗੀ ਨਹੀਂ। ਦੂਜੀ ਦੀ ਅਵਸਥਾ ਆ ਗਈ ਹੈ, ਮੈਂ 8 ਪਹਿਰ 64 ਘੜੀਆਂ ਤੋਂ ਤੈਨੂੰ, ਇਹ ਪਰ ਤੈਨੂੰ ਵੇਖਦੇ ਨਾ, ਮੇਰੀ ਜਿੰਦ ਤੈਨੂੰ ਵੇਖ ਰਹੀ ਹੈ। ਨੀਚੇ ਲੋਇਨ ਕਿਉਂ ਕਰੋ, ਮੈਂ ਅੱਖਾਂ ਆਪਣੀ ਨੀਵੀਆਂ ਕਿਉਂ ਕਰਾਂ। ਸਭ ਕੜ ਦੇਖੋ ਪੀਓ, ਮੈਂ ਤਾਂ ਆਪਣੇ ਪ੍ਰਭੂ ਪਤੀ ਹੈ ਪਰਮਾਤਮਾ ਤੈਨੂੰ ਸਾਰੇ ਸਰੀਰਾਂ 'ਚ ਵੇਖਦੀ ਹਾਂ। ਸੋ ਜਿਹਨੂੰ ਸਾਰੇ ਸਰੀਰਾਂ 'ਚ ਦਿਸ ਰਿਹਾ ਹੈ, ਉਹਨੂੰ ਕੋਈ ਛੁਪਾਉਣ ਦੀ ਲੋੜ ਨਹੀਂ, ਸੰਗਣ ਦੀ ਲੋੜ ਨਹੀਂ। ਫਿਰ ਅਗਲੀ ਉਦੋਂ ਅਵਸਥਾ ਆ ਗਈ ਹੈ, ਸੁਣ ਸਖੀ ਪੀ ਮਹਿ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕੇ ਪੀਓ। ਪੀ ਪਤੀ, ਪ੍ਰਭੂ ਪਤੀ। ਸੁਣ ਸਖੀ ਪੀ ਮਹਿ ਜੀਓ ਬਸੈ, ਹੇ ਸਖੀ ਸੁਣ, ਮੇਰੀ ਜਿੰਦ ਮੇਰੇ ਪ੍ਰਭੂ ਪਤੀ ਵਿੱਚ ਵਸਦੀ ਹੈ। ਪੀ ਮਹਿ ਪਤੀ ਵਿੱਚ, ਪ੍ਰਭੂ ਪਤੀ ਵਿੱਚ, ਜੀਓ ਬਸੈ, ਮੇਰੀ ਜਿੰਦ ਪ੍ਰਭੂ ਪਤੀ ਦੇ ਵਿੱਚ ਵਸਦੀ ਹੈ। ਜੀ ਮੈਂ ਬਸੈ ਕੇ ਪੀਓ, ਤੇ ਮੇਰੀ ਜਿੰਦ 'ਚ ਪ੍ਰਭੂ ਪਤੀ ਵਸਦਾ ਹੈ। ਪ੍ਰਭੂ ਪਤੀ ਵਿੱਚ ਮੇਰੀ ਜਿੰਦ ਵਸਦੀ ਹੈ, ਤੇ ਮੇਰੀ ਜਿੰਦ ਵਿੱਚ ਪ੍ਰਭੂ ਪਤੀ ਵਸਦਾ ਹੈ। ਇਹ ਸਖੀ ਸੁਣ, ਮੇਰੀ ਜਿੰਦ ਮੇਰੇ ਪ੍ਰਭੂ ਪਤੀ ਵਿੱਚ ਵਸਦੀ ਹੈ, ਤੇ ਮੇਰਾ ਪ੍ਰਭੂ ਪਤੀ ਮੇਰੀ ਜਿੰਦ ਵਿੱਚ ਵਸਦਾ ਹੈ। ਜੀਓ ਪੀਓ ਬੂਝੋ, ਬੂਝੋ ਨਹੀਂ, ਘਟ ਮੈਂ ਜੀਓ ਕੇ ਪੀਓ। ਮੈਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਮੇਰੀ ਜਿੰਦ ਪਰਮਾਤਮਾ ਵਿੱਚ ਹੈ ਕਿ ਪਰਮਾਤਮਾ ਮੇਰੇ ਵਿੱਚ ਹੈ। ਭਾਵ ਇੱਕ ਮਿਕ ਹੋ ਗਏ, ਇੱਕ ਮਿਕ ਹੋ ਗਏ ਅੰਦਰ। ਕਹਿੰਦੇ ਮੈਨੂੰ ਤਾਂ ਆਹੀ ਨਹੀਂ ਪਤਾ ਲੱਗ ਰਿਹਾ ਕਿ ਮੇਰੀ ਜਿੰਦ ਪਰਮਾਤਮਾ ਵਿੱਚ ਵਸਦੀ ਹੈ ਕਿ ਪਰਮਾਤਮਾ ਮੇਰੀ ਜਿੰਦ ਵਿੱਚ ਵਸਦਾ ਹੈ। ਇੱਕ ਸਾਰ ਹੋ ਗਏ, ਇੱਕ ਮਿਕ ਹੋ ਗਏ। ਇੱਥੇ ਪਹੁੰਚਣਾ, ਇਹ ਤਿੰਨੋਂ ਸਟੇਜਾਂ ਦਿੱਤੀਆਂ ਹੋਈਆਂ ਹੈ ਵੀ ਪਹਿਲਾਂ ਭਜਨ ਬੰਦਗੀ ਕਰਨੀ ਹੈ। ਸਾਰੇ ਸੰਤ ਮਹਾਤਮਾ ਕਹਿੰਦੇ ਭਾਈ ਜੇ ਥੋੜ੍ਹੀ ਬਹੁਤੀ ਪ੍ਰਾਪਤੀ ਹੈ, ਉਹਨੂੰ ਆਮ ਲੋਕਾਂ ਨੂੰ ਨਹੀਂ ਦੱਸਣਾ, ਆਮ ਲੋਕਾਂ ਨੂੰ ਨਹੀਂ ਦੱਸਣਾ। ਪਰ ਜਦੋਂ ਪ੍ਰਾਪਤੀ ਹੋ ਹੀ ਗਈ ਹੈ, ਫਿਰ ਆਪਾਂ ਦੱਸਾਂਗੇ ਤੇ ਲੋਕਾਂ ਦਾ ਭਲਾ ਹੋਵੇਗਾ ਨਾ, ਕਿ ਭਾਈ ਮੈਨੂੰ ਇਸ ਤਰ੍ਹਾਂ ਪ੍ਰਾਪਤੀ ਹੋਈ ਹੈ, ਤੁਸੀਂ ਵੀ ਇਸ ਤਰ੍ਹਾਂ ਕਰੋ, ਤੁਹਾਨੂੰ ਵੀ ਹੋ ਜਾਏਗੀ। ਮੰਨ ਲਓ ਮੈਨੂੰ ਪ੍ਰਾਪਤੀ ਹੀ ਨਹੀਂ ਹੋਈ, ਤਾਂ ਮੈਂ ਆਪਣੇ ਤਜਰਬੇ 'ਤੇ ਕਿਸੇ ਨੂੰ ਕੁਛ ਨਹੀਂ ਦੱਸ ਸਕਦਾ। ਮੈਂ ਤਾਂ ਗੁਰਬਾਣੀ ਉਸ ਅਨੁਸਾਰ ਉਹਨੂੰ ਕਹਾਂਗਾ ਭਾਈ ਤੂੰ ਆਹ ਕਰ ਲੈ। ਪਰ ਮੰਨ ਲਓ ਜੇ ਮੈਨੂੰ ਆਪ ਪ੍ਰਾਪਤੀ ਹੋ ਗਈ ਤਾਂ ਮੈਨੂੰ ਡਿਟੇਲ ਸਮਝਾ ਦਾਂਗੇ ਮੈਂ ਇਸ ਤਰ੍ਹਾਂ ਲੱਗਾ ਸੀ, ਆਹ ਕੁਛ ਕਰਦਾ ਰਿਹਾ, ਆਹ ਮੇਰੇ ਰੁਕਾਵਟਾਂ ਆਈਆਂ, ਇਸ ਤਰ੍ਹਾਂ ਦੂਰ ਹੋਈ ਹੈ, ਇਸ ਤਰ੍ਹਾਂ ਮੈਨੂੰ ਜਾ ਕੇ ਪ੍ਰਾਪਤੀ ਹੋਈ ਹੈ। ਕਿਉਂਕਿ ਜਦੋਂ ਬੰਦਾ ਦੱਸਦਾ ਕਿਸੇ ਨੂੰ, ਉਹ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਗੁਰੂ ਦੀ ਗੱਲ ਤੇ ਨਹੀਂ ਦੇਖਿਆ ਮੈਂ ਇੰਨਾ ਵਿਸ਼ਵਾਸ ਕਰ ਜਿਹਨਾਂ ਸਾਧੂ ਦੀ ਗਲਤ ਲੋਕ ਕਰਦੇ ਨੇ। ਹਾਂ, ਕਿਉਂਕਿ ਸਾਧੂ ਸਾਹਮਣੇ ਬੈਠਾ ਹੈ। ਹੁਣ ਜਿੰਨਾ ਚਿਰ ਗੁਰੂ ਮਹਾਰਾਜ ਸਨ ਸਰੀਰ 'ਚ, ਸਿੱਖਾਂ 'ਚ ਕੋਈ ਨੁਕਸ ਨਹੀਂ ਸੀ, ਸਾਰੇ ਛਿੱਤਰਾਂ ਤੋਂ ਡਰਦੇ ਸਨ। ਹੁਣ ਬਾਣੀ ਸਾਡਾ ਗੁਰੂ ਹੈ, ਇਹ ਤੋਂ ਡਰਦੇ ਕੋਈ ਨਹੀਂ। ਇਸ ਲਈ ਸਾਡੇ 'ਚ ਗਿਰਾਵਟ ਦਿਨੋਂ ਦਿਨ ਆਈ ਜਾ ਰਹੀ, ਕਿ ਡਰ ਨਹੀਂ ਰਿਹਾ। ਬੰਦਾ ਬੈਠਾ ਹੋਵੇ ਫਿਰ ਕੋਈ ਕਿਵੇਂ ਗੋਲਕ ਚੱਕ ਕੇ ਲੈ ਜਾਏਗਾ ਵੀ ਉਹ ਪੁੱਤ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਹੈ, ਤਾਂ ਕਿਤਾਬ ਹੈ, ਇਹਨੇ ਕਿਹੜਾ ਸਾਡੇ ਮਗਰ ਭੱਜਣੇ ਗੋਲਕ ਚੱਕ ਕੇ ਲੈ ਜਾਣਾ ਚੋਰ ਲੈ ਜਾ। ਕਿਉਂ? ਇਸ ਤੋਂ ਨਹੀਂ ਡਰਦੇ। ਬੰਦਾ ਬੰਦੇ ਤੋਂ ਡਰਦਾ। ਬੰਦਾ ਨਾ ਰੱਬ ਤੋਂ ਡਰਦਾ ਹੈ ਅਤੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਡਰਦਾ। ਸੱਚੀ ਗੱਲ ਹੈ, ਬੰਦਾ ਬੰਦੇ ਤੋਂ ਡਰਦਾ। ਹਾਲਾਂਕਿ ਵਾਰੀ ਵਾਰੀ ਲਿਖਿਆ ਹੋਇਆ ਵੀ ਗੁਰੂ ਆਪਣੀ ਬਾਣੀ ਦੇ ਵਿੱਚ ਹੈ ਅਤੇ ਗੁਰੂ ਸਤਿਗੁਰ ਜਾਗਦਾ ਹੈ ਦਿਓ, ਜਾਗਦਾ ਹੋਇਆ ਪਰਮਾਤਮਾ ਗੁਰੂ। ਇਹ ਵੀ ਹਾਂਜੀ ਸੁੱਖ ਆਸਣ ਹੋ ਗਿਆ ਵੀ ਗੁਰੂ ਤਾਂ ਸੌਂ ਗਿਆ ਹੈ। ਇਹ ਨਹੀਂ ਸੋਚ ਲੈਣਾ ਵੀ ਸੁੱਖ ਆਸਣ ਕਰਤਾ 8:15 ਵਜੇ, ਹੁਣ ਤਾਂ ਗੁਰੂ ਮਹਾਰਾਜ ਸੌਂ ਗਏ, ਜੋ ਮਰਜ਼ੀ ਪਏ ਕਰੋ। ਸਤਿਗੁਰ ਜਾਗਦਾ ਹੈ ਦਿਓ, ਗੁਰੂ ਨਹੀਂ ਸੌਂਦਾ। ਕਿਉਂਕਿ ਉਹਦੇ ਆਤਮਾ ਸਰੀਰ ਨੂੰ ਨੀਂਦ ਆਉਂਦੀ ਹੈ, ਆਤਮਾ ਨੂੰ ਕੀ ਆਉਣੀ ਹੈ? ਆਤਮਾ ਨੂੰ ਤਾਂ ਨਾ ਗਰਮੀ ਲੱਗੇ, ਨਾ ਸਰਦੀ ਲੱਗੇ, ਨਾ ਭੁੱਖ ਲੱਗੇ, ਨਾ ਪਿਆਸ ਲੱਗੇ। ਹੁਣ ਕਈ ਐਸੇ ਮੰਡਲ ਨੇ ਜਿੱਥੇ ਕਿਸੇ ਰੋਟੀ ਰਾਟੀ ਦੀ ਲੋੜ ਹੀ ਨਹੀਂ ਹੁੰਦੀ ਹੈ। ਉਹ ਤਾਂ ਰੂਹਾਂ ਦਾ ਦੇਸ਼ ਹੈ, ਰੂਹਾਂ ਨੇ ਬਸ। ਦੇਖਣ ਨੂੰ ਸਰੀਰ ਨੇ, ਦੇਖਣ ਨੂੰ ਉਸੇ ਤਰ੍ਹਾਂ ਸਰੀਰ ਨੇ, ਪਰ ਹੁਣ ਹੱਥ ਲੱਗ ਗਿਆ, ਹੱਥ ਆਉਣਗੇ ਹੀ ਨਹੀਂ, ਕਿਉਂਕਿ ਤਾਂ ਰੂਹਾਂ ਨੇ। ਅਤੇ ਰੂਹਾਂ ਨੂੰ ਨਾ ਗਰਮੀ ਲੱਗੇ, ਨਾ ਸਰਦੀ ਲੱਗੇ, ਨਾ ਭੁੱਖ ਲੱਗੇ, ਨਾ ਪਿਆਸ ਲੱਗੇ। ਮੌਜ ਹੈ ਉਹਨਾਂ ਤਾਂ। ਹੁਣ ਸੱਚਖੰਡ, ਸੂਰਜ ਤਾਂ ਕਿਤੇ ਨੀਵੇਂ, ਸੱਚਖੰਡ ਤੋਂ ਉਦੋਂ ਉੱਚਾ ਹੈ। ਚੰਨ ਵੀ ਨੀਵੇਂ, ਸੂਰਜ ਵੀ ਨੀਵਾਂ ਹੈ, ਅਤੇ ਜਿਹੜਾ ਹੈ ਤਾਰੇ ਵੀ ਨੀਵੇਂ ਨੇ। ਸੱਚਖੰਡ ਦੇ ਨਾਲ ਸਭ ਤੋਂ ਉੱਪਰ ਹੈ, ਪਰ ਉੱਥੇ ਹਮੇਸ਼ਾ ਹੀ ਚਾਨਣ ਰਹਿੰਦਾ। ਉੱਥੇ ਕੋਈ ਦੀਵਾ ਨਹੀਂ, ਕੋਈ ਬਿਜਲੀ ਦੇ ਬਲਬ ਨਹੀਂ, ਕੋਈ ਖੰਭਾ ਨਹੀਂ। ਉੱਥੇ ਰੂਹਾਂ ਦਾ ਆਪਣਾ ਹੀ ਚਾਨਣ ਹੈ, ਹਰ ਰੂਹ 'ਚੋਂ ਚਾਨਣ ਨਿਕਲ ਰਿਹਾ ਹੈ। ਜਿੰਨੀ ਰੂਹ ਦੀ ਕਮਾਈ ਹੈ ਉਹਦੇ ਅਨੁਸਾਰ ਚਾਨਣ ਹੈ। ਉੱਥੇ ਰੂਹ ਦੇ ਚਾਨਣ ਤੋਂ ਪਤਾ ਲੱਗਦਾ ਇਹਦੀ ਕਿੰਨੀ ਕਮਾਈ ਹੈ। ਜੇ ਚਾਨਣ ਥੋੜ੍ਹਾ ਹੈ ਤਾਂ ਇਹਦੇ ਬਾਅਦ ਘੱਟ ਕਮਾਈ ਹੈ, ਜੇ ਚਾਨਣ ਬਹੁਤ ਜ਼ਿਆਦਾ ਹੈ ਤਾਂ ਇਹਦੇ ਬਾਅਦ ਬਹੁਤ ਕਮਾਈ ਹੈ। ਇਹ ਬਹੁਤ ਕਮਾਈ। ਉਹ ਤਾਂ ਰੂਹ ਉੱਥੇ ਚਾਨਣ ਹੀ ਚਾਨਣ, ਇਸ ਲਈ ਉੱਥੇ ਕੋਈ ਹਨੇਰਾ ਨਾ ਰਾਤ ਹੁੰਦੀ ਹੈ। ਸੱਚਖੰਡ 'ਚ ਨਾ ਰਾਤ ਹੁੰਦੀ ਹੈ, ਨਾ ਹਨੇਰਾ ਹੁੰਦਾ। ਉੱਥੇ ਹਮੇਸ਼ਾ ਹੀ ਚਾਨਣ ਰਹਿੰਦਾ, ਕਿਉਂਕਿ ਪਰਮਾਤਮਾ ਨੇ ਇਸ ਲਈ ਜੋਤ ਸਰੂਪ ਕਿਹਾ ਹੈ। ਪ੍ਰਕਾਸ਼ ਹੀ ਪ੍ਰਕਾਸ਼ ਹੈ ਪਰਮਾਤਮਾ, ਅਨਭਵ ਪ੍ਰਕਾਸ਼ ਕਹਿੰਦੇ ਨੇ। ਪਰਮਾਤਮਾ ਕੀ ਹੈ? ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦਾ ਹੀ ਪ੍ਰਕਾਸ਼ ਹੈ, ਅੱਗੇ ਰੂਹਾਂ ਦਾ ਪ੍ਰਕਾਸ਼ ਹੈ। ਇਸ ਲਈ ਉੱਥੇ ਕੋਈ ਹਨੇਰੇ ਨਾਲ ਕੋਈ ਲੈਣ ਦੇਣ ਨਹੀਂ। ਕਿਉਂ ਦਿਨ ਰਾਤ ਤਾਂ ਜੇ ਸੂਰਜ ਚਾਨਣੇ ਚੀਜ਼ਾਂ ਹੋਣ, ਧਰਤੀ ਹੋਵੇ, ਉੱਥੇ ਹੈ ਹੀ ਨਹੀਂ। ਉੱਥੇ ਰਾਤ ਹੈ ਹੀ ਨਹੀਂ, ਉੱਥੇ ਸਦਾ ਹੀ ਦਿਨ ਹੈ, ਸਦਾ ਹੀ ਚਾਨਣ ਹੈ। ਸੋ ਤਾਂ ਉਹ ਕਹਿੰਦੇ ਨੇ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਅਰਜ ਉਰਜ ਕੈ ਪਚ ਮੁਆ, ਚਾਰੋਂ ਬੇਦੋਂ ਮਾਹੇ। ਚਾਰੋਂ ਊੜੇ ਨੂੰ ਬਿੰਦੇ, ਬੇਦੋਂ ਆਹੇ ਤੇ ਟਿੱਪੀ। ਕਬੀਰ ਬਾਹਮਣ ਗੁਰੂ ਹੈ ਜਗਤ ਕਾ। ਹੁਣ ਜਿਹੜਾ ਬਾਹਮਣ ਸ਼ਬਦ ਹੈ ਇਹ ਚੰਗਾ ਨਹੀਂ ਰਿਹਾ। ਕਿਸੇ ਨੂੰ ਕਹੇ ਵੀ ਇਹ ਬਾਹਮਣ ਹੈ ਜੀ, ਔਰ ਕਹੇ ਕਿ ਯਾਰ ਤੈਨੂੰ ਬੋਲਣਾ ਦਾ ਚੱਜ ਨਹੀਂ, ਬਾਹਮਣ ਕਹਿਣਾ ਤੂੰ ਮੈਨੂੰ। ਬ੍ਰਾਹਮਣ ਕਹੋ ਤਾਂ ਵੀ ਕੋਈ ਗੱਲ ਹੁੰਦੀ। ਉਸ ਵੇਲੇ ਬੈਡ ਸੈਂਸ 'ਚ ਨਹੀਂ ਸੀ। ਸਮਾਂ ਪਾ ਕੇ ਕੁਝ ਸ਼ਬਦ ਬਦਲ ਜਾਂਦੇ ਮੀਨੇ ਕੇ। ਗੁਰੂ ਮਹਾਰਾਜ ਜਿਹੜਾ ਸਿੱਖੜਾ ਸ਼ਬਦ ਸੀ, ਉਹਦਾ ਮਤਲਬ ਪਿਆਰਾ ਸਿੱਖ। ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ।
ਜਿਹੜਾ ਵੀ ਮੈਨੂੰ ਗੁਰਸਿੱਖ ਵਿਖਾਈ ਦਿੰਦਾ ਮੈਂ ਝੁੱਕ ਝੁੱਕ ਕੇ ਉਹਦੇ ਪੈਰੀਂ ਲੱਗਦਾ। ਪੰਚਮ ਪਾਤਸ਼ਾਹ ਕਹਿੰਦੇ ਅੱਜ ਕਿਸੇ ਨੂੰ ਆਪ ਵੀ ਸਿਖੜਿਆ ਅਗਲਾ ਤੁਹਾਨੂੰ ਫੜ ਲੂਗਾ, ਤੈਨੂੰ ਬੋਲਣਾ ਨਹੀਂ ਆਉਂਦਾ। ਅਗਲਾ ਕਹੇ ਯਾਰ ਤੁਹਾਡੀ ਬਾਣੀ 'ਚ ਸਿਖੜਾ ਲਿਖਿਆ, ਤੂੰ ਮੇਰੇ ਨਾਲ ਕਿਉਂ ਲੜਦਾ? ਵੀ ਤੁਹਾਡੀ ਬਾਣੀ 'ਚ ਸਿਖੜਾ ਲਿਖਿਆ ਹੋਇਆ ਹੈ। ਸਮਾਂ ਪਾ ਕੇ ਕੁਝ ਸ਼ਬਦ ਆਪਣਾ ਰੂਪ ਬਦਲਦੇ। ਹੁਣ ਗੁਰਬਾਣੀ ਨੇ ਬਿਨ ਕਰਤੂਤੀ ਮੁਕਤ ਨਾ ਪਾਈਏ, ਬਈ ਸ਼ੁਭ ਕਰਮਾਂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਹੁਣ ਮੈਂ ਜਾਣਦਾ ਤੇਰੀਆਂ ਕਰਤੂਤਾਂ, ਉਹ ਬੈਡ ਸੈਂਸ 'ਚ ਹੋ ਗਿਆ। ਜਿਹੜਾ 500 ਸਾਲ ਪਹਿਲਾਂ ਸ਼ਬਦ ਗੁੱਡ ਸੈਂਸ ਸੀ ਉਹ ਅੱਜ ਬੈਡ ਸੈਂਸ 'ਚ ਹੋ ਗਿਆ। ਉਸ ਵੇਲੇ ਗੁੱਡ ਸੈਂਸ 'ਚ ਬਿਨ ਕਰਤੂਤੀ ਮੁਕਤ ਨਾ ਪਾਈਏ, ਸ਼ੁਭ ਕਰਮਾਂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਅੱਜ ਵਾਲਾ ਜਾਣਦਾ ਮੈਂ ਤੇਰੀਆਂ ਕਰਤੂਤਾਂ, ਅੱਜ ਉਹ ਭੈੜਾ ਅਰਥ ਹੋ ਗਿਆ। ਇਸ ਲਈ ਅੱਜ ਜੇ ਕੋਈ ਵਿਚਾਰਾ ਪੰਡਿਤ ਸੁਣੇਗਾ ਕਿ ਸੁਣਦਾ ਬਾਹਮਣ, ਗੁਰਬਾਣੀ ਬਾਹਮਣ ਲਿਖਿਆ ਹੋਇਆ ਜੀ, ਬਾਹਮਣ ਲਿਖਿਆ ਹੋਇਆ ਨਹੀਂ, ਗੁਰਬਾਣੀ ਦਾ ਸਿੱਖ ਨੂੰ ਵੀ ਸਿਖੜਾ ਲਿਖਿਆ ਹੋਇਆ। ਜੇ ਕੋਈ ਇਸ ਤਰ੍ਹਾਂ ਤਾਂ ਮੈਂ ਦੱਸਿਆ ਵੀ ਕਈ ਵਾਰੀ ਅਸੀਂ ਤਸੱਲੀ ਕਰਾਉਣੀ ਹੁੰਦੀ ਹੈ ਕਿ ਨਹੀਂ ਕੋਈ ਨਰਾਦੀ ਪਰੇ ਸ਼ਬਦ ਨਹੀਂ ਲਿਖੇ ਹੋਏ। ਉਸ ਵੇਲੇ ਇਹ ਗੁੱਡ ਸੈਂਸ ਸੀ, ਠੀਕ ਹੈ, ਹੁਣ ਬੈਡ ਸੈਂਸ 'ਚ ਹੋ ਗਿਆ ਬਸ ਨਹੀਂ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਅਰਜ ਉਰਜ ਕੈ ਪਚਮੂਆ, ਚਾਰੋਂ ਵੇਦੋਂ ਮਾਹੀਂ। ਜਿਹੜਾ ਬ੍ਰਾਹਮਣ ਹੈ ਇਹ ਜਿਹੜਾ ਸੰਸਾਰੀ ਲੋਕਾਂ ਦਾ ਗੁਰੂ ਹੈ, ਇਹ ਭਗਤਾਂ ਦਾ ਗੁਰੂ ਨਹੀਂ ਹੈ। ਕਿਉਂ? ਚਾਰ ਵੇਦ ਨੇ, ਅਰਜ ਉਰਜ ਕੈ ਪਚਬੂਆ, ਚਾਰੋਂ ਵੇਦੋਂ ਮਾਹੀਂ। ਹੁਣ ਵੇਦਾਂ ਦੇ ਵਿੱਚ ਕਰਮ ਕਾਂਡ ਲਿਖਿਆ, ਇਸ ਤਰ੍ਹਾਂ ਕਰੋ, ਆਹ ਕਰੋ, ਕਰਮ ਕਾਂਡ ਹੈ। ਇਹ ਬ੍ਰਾਹਮਣ ਜਿਹੜਾ ਹੈ ਚਾਰਾਂ ਵੇਦਾਂ ਜਿਹੜੇ ਕਰਮ ਕਾਂਡ ਲਿਖੇ ਨੇ ਉਹਨਾਂ 'ਚ ਹੀ ਉਲਝ ਕੇ ਮਰ ਜਾਂਦਾ ਹੈ। ਸਿੱਧਾ ਰਾਹ ਭਜਨ ਬੰਦਗੀ ਦਾ ਨਹੀਂ ਫੜਦਾ, ਭਗਤਾਂ ਦਾ ਸਿੱਧਾ ਹੀ ਮਾਰਗ ਹੈ ਬਸ। ਇਹ ਕੋਈ ਕਰਮ ਕਾਂਡ ਨਹੀਂ ਕਰਦੇ, ਇਹ ਭਜਨ ਬੰਦਗੀ ਕਰਦੇ ਰਹਿੰਦੇ ਨੇ, ਇਹ ਭਜਨ ਬੰਦਗੀ ਕਰਦੇ ਨੇ। ਹੁਣ ਭਗਤ ਰਵਿਦਾਸ ਨੂੰ ਕਹਿੰਦੇ ਚਲੋ ਜੀ ਕੁੰਭ ਦਾ ਮੇਲਾ ਲੱਗਾ, ਨਹਾ ਲਓ ਜੀ। ਉਹ ਕਹਿੰਦੇ ਪੈਸੇ ਜਗੀਰਦਾਰ ਹੈ, ਉਹਦੇ ਮੁੰਡੇ ਦਾ ਵਿਆਹ ਹੈ, ਉਹ ਜੁੱਤੀਆਂ ਬਣਾ ਕੇ ਦੇਣੀਆਂ, ਸਾਡੇ ਕੋਲ ਤਾਂ ਟਾਈਮ ਨਹੀਂ ਜੀ। 12 ਸਾਲਾਂ ਬਾਅਦ ਆਇਆ, ਫਿਰ ਪਤਾ ਨਹੀਂ ਆਵੇ ਕਿ ਨਾ ਆਵੇ ਸਮਾਂ। ਜੋ ਜ਼ਿਆਦਾ ਹੀ ਕਹੀ ਗਏ। ਹੁਣ ਤੱਕ ਜਿਹੜੀ ਕੁਠਾਲੀ ਸੀ, ਮਿੱਟੀ ਦਾ ਭਾਂਡਾ ਹੁੰਦਾ, ਉਹ 'ਚ ਪਾਣੀ ਪਾਉਂਦਾ ਚੰਮ ਗਿੱਲਾ ਕਰਨ ਲਈ, ਕਿਉਂਕਿ ਕਈ ਵਾਰੀ ਉਹਨਾਂ ਨੇ ਚੰਮ ਥੋੜ੍ਹੇ ਕੁੱਟਣਾ ਵੀ ਹੁੰਦਾ, ਥੋੜ੍ਹੇ ਗਿੱਲਾ ਕਰਕੇ ਉਹ ਕਰਦੇ। ਸਾਰੇ ਹੀ ਜਿੰਨੇ ਮੋਚੀ ਨੇ ਸਭ ਦੇ ਅੱਗੇ ਕੋਲੀ ਪਾਣੀ ਰੱਖਿਆ ਹੁੰਦਾ। ਉਹ ਜੇ ਭਾਂਡਾ ਮਿੱਟੀ ਦਾ ਭਾਂਡਾ ਸੀ ਉਹਨੂੰ ਕਹਿੰਦੇ ਸੀ ਕੁਠਾਲੀ। ਹੁਣ ਉਹਨਾਂ ਕਬੀਰ ਸਾਹਿਬ ਨੂੰ ਉੱਠਣਾ ਸੀ, ਇੱਕ ਨੂੰ ਕਹਿੰਦੇ ਜਿਹੜਾ ਆਏ ਜਿੰਨੇ ਜ਼ਰੂਰ ਚੱਲੋ, ਆਕਾ ਯਾਰ ਕੁਠਾਲੀ ਪਰਾਂ ਕਰੇ। ਜਦੋਂ ਨੇ ਕੁਠਾਲੀ ਚੁੱਕੀ ਕੀ ਵੇਖਦਾ ਹੇਠਾਂ ਗੰਗਾ ਵਗ ਰਹੀ ਹੈ, ਉੱਥੇ ਹੀ ਰੱਖਤੀ। ਕਹਿੰਦਾ ਧੰਨ ਧੰਨ ਭਗਤ ਰਵਿਦਾਸ ਜੀ, ਤੁਸੀਂ ਧੰਨ ਹੋ, ਤੁਹਾਨੂੰ ਤਾਂ ਜਾਣ ਦੀ ਲੋੜ ਹੈ, ਤੁਹਾਡੇ ਇੱਥੇ ਗੰਗਾ ਵਗ ਰਹੀ ਹੈ, ਇੱਥੇ ਵਗ ਰਹੀ। ਤੀਸਰੇ ਪਾਤਸ਼ਾਹ ਨੂੰ ਵੀ ਆ ਗਏ ਸੰਗਤ ਲਾਹੌਰ ਵੱਲੋਂ ਹੋਰਾਂ ਪਾਸਿਓਂ ਤੇ ਜਾ ਰਹੇ ਨੇ ਹਰਿਦੁਆਰ। ਉਹ ਜੀ ਕਹਿੰਦੇ ਤੁਹਾਨੂੰ ਵੀ ਹਰਿਦੁਆਰ ਲੈ ਚੱਲੇ, ਗੰਗਾ ਦਾ ਇਸ਼ਨਾਨ ਕਰਾ ਲਈ। ਕਹਿੰਦੇ ਪਿਆ ਜਿਹੜੀ ਸਾਡੀ ਬੋਲੀ ਸਾਹਿਬ ਅਸੀਂ ਬਣਾਈ ਬਸ ਸਾਡੀ ਤਾਂ ਇਹੀ ਗੰਗਾ ਹੈ। ਨਹੀਂ ਜੀ ਗੰਗਾ ਗੰਗਾ ਹੈ ਤਾਂ ਐਵੇਂ ਖੂਹ ਹੈ, ਇੱਕ ਖੂਹ ਹੈ ਨਹੀਂ ਭਾਈ, ਕਹਿੰਦੇ ਸਾਡੇ ਲਈ ਤਾਂ ਇਹੀ ਗੰਗਾ। ਕਹਿੰਦੇ ਅੱਛਾ ਤੁਸੀਂ ਐਂ ਕਰੋ ਫਿਰ ਆਹ ਸਾਡਾ ਲੋਟਾ ਲੈ ਜਾਓ, ਲੋਟਾ ਲੈ ਜਾਓ, ਉੱਥੋਂ ਗੰਗਾ ਜਲ ਦਾ ਭਰ ਲਿਆਓ। ਲੈ ਗਏ ਜੀ, ਨਾ ਧੋ ਕੇ ਜਦੋਂ ਗੰਗਾ ਜਲ ਦਾ ਲੋਟਾ ਸੰਗਤ ਲੱਗੀ ਨਾ ਭਰਨ, ਛੱਲ ਆਈ, ਉਹ ਲੋਟਾ ਹੱਥ 'ਚੋਂ ਡਿੱਗ ਪਿਆ, ਉਹ ਰੁੜ ਗਿਆ ਪਾਣੀ 'ਚ, ਲੋਟੇ ਰੁੜ ਗਿਆ। ਜਦੋਂ ਵਾਪਸ ਆਏ ਕਹਿੰਦੇ ਭਾਈ ਹਾਂ ਸਾਡੇ ਗੰਗਾ ਜਲ ਹੈ, ਕਹਿੰਦੇ ਜੀ ਉਹ ਤਾਂ ਰੁੜ ਗਿਆ ਲੋਟਾ ਤਾਂ ਉੱਥੇ ਹੀ। ਇੱਕ ਸਿੱਖ ਨੂੰ ਨਾਲ ਭੇਜੇ, ਕਹਿੰਦੇ ਇਹਨੂੰ ਲੈ ਜਾ ਹੇਠਾਂ ਬੋਲੀ ਸਾਹਿਬ ਜੀ। ਕਹਿੰਦੇ ਉਹ ਜਿਹੜਾ ਲੋਟਾ ਹੈ ਉਹ ਗੰਗਾ 'ਚ ਰੁੜਦਾ ਰੁੜਦਾ ਬੋਲੀ ਸਾਹਿਬ 'ਚ ਆ ਗਿਆ, ਜਾ ਕੱਢ ਲਿਆ। ਜਦੋਂ ਦੇਖਿਆ ਲੋਟਾ ਉੱਥੇ ਕੱਢ ਲਿਆ, ਕਹਿੰਦੇ ਉਹੀ ਹੈ। ਹਾਂ ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਸਾਡੀ ਆਹੀ ਗੰਗਾ, ਇਹੀ ਗੰਗਾ।
ਸੋ ਭਗਤਾਂ ਦਾ ਰਸਤਾ ਸਿੱਧਾ ਹੀ ਹੈ, ਉਹ ਕਰਮ ਕਾਂਡਾਂ 'ਚ ਨਹੀਂ ਪੈਂਦੇ, ਉਹ ਤਾਂ ਆਪਣਾ ਭਜਨ ਬੰਦਗੀ ਕਰਦੇ ਰਹਿੰਦੇ ਨੇ। ਉਹਨਾਂ ਨੂੰ ਇਹ ਨਹੀਂ ਹੈ ਵੀ ਅਸੀਂ ਤੀਰਥਾਂ ਇਸ਼ਨਾਨ ਜ਼ਰੂਰ ਜਾਣਾ, ਅਸੀਂ ਰੋਜ਼ ਹੀ ਸਤਸੰਗ ਜ਼ਰੂਰ ਕਰਨ ਜਾਣਾ, ਰੋਜ਼ ਮੰਦਰ ਜਾਣਾ, ਗੁਰਦੁਆਰੇ ਜਾਣਾ, ਉਹਨਾਂ ਨੂੰ ਕੋਈ ਨਹੀਂ ਹੈਗਾ। ਇਹਨਾਂ ਤਾਂ ਵਿਚਾਰੇ ਮੰਦਰ 'ਚ ਕੋਈ ਵੜਨ ਨਹੀਂ ਸੀ ਦਿੰਦਾ। ਕਬੀਰ ਹੋਰਾਂ ਨੂੰ ਨਾਮਦੇਵ ਦੇ ਇਹਨਾਂ ਨੂੰ ਤਾਂ ਨਾਮਦੇਵ ਧੱਕੇ ਮਾਰ ਕੇ ਬਾਹਰ ਕੱਢਤਾ ਸੀ। ਸੋ ਇਸ ਲਈ ਇਹ ਤਾਂ ਬਸ ਜਿੱਥੇ ਸਨ ਉੱਥੇ ਆਪਣਾ ਭਜਨ ਬੰਦਗੀ ਕਰਦੇ ਰਹੇ ਉਹਨੂੰ ਪ੍ਰਾਪਤੀ ਕਰ ਲਈ। ਸੋ ਕਹਿੰਦੇ ਜਿਹੜਾ ਪੰਡਤ ਹੈ ਇਹ ਤਾਂ ਚਾਰਾਂ ਵੇਦਾਂ 'ਚ ਹੀ ਉਲਝ ਕੇ ਮਰ ਜਾਂਦਾ ਹੈ। ਇਸ ਲਈ ਇਹ ਜਿਹੜਾ ਪੰਡਤ ਹੈ ਇਹ ਤਾਂ ਲੋਕਾਂ ਦਾ ਗੁਰੂ ਹੈ, ਭਗਤਾਂ ਦਾ ਗੁਰੂ ਨਹੀਂ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਹਰ ਹੈ ਖਾਂਡ, ਜਿਹਨੂੰ ਚੀਨੀ ਕਹਿੰਦੇ। ਇੱਕ ਖੰਡ ਹੁੰਦੀ ਹੈ, ਉਹ ਬਰੀਕ ਹੁੰਦੀ ਹੈ, ਚੀਨੀ ਦਾਣੇ ਹੁੰਦੇ ਨੇ ਉਹਦੇ। ਅੱਜ ਕੱਲ੍ਹ ਹੁਣ ਚੀਨੀ ਕਹਿੰਦੇ, ਪਹਿਲਾਂ ਪੁਰਾਣੇ ਜਿਵੇਂ ਖੰਡ ਹੀ ਕਹਿੰਦੇ ਹੁੰਦੇ ਸਾਰੇ ਨੂੰ। ਉਦੋਂ ਪਹਿਲਾਂ ਸ਼ੱਕਰ ਹੀ ਕਹਿੰਦੇ, ਖੰਡ ਹੁੰਦੀ ਹੀ ਨਹੀਂ ਸੀ। ਉਦੋਂ ਪਹਿਲਾਂ ਖੰਡ ਹੁੰਦੀ ਨਹੀਂ ਸੀ, ਸ਼ੱਕਰ ਹੁੰਦੇ ਸੀ। ਸੋ ਜਿਹੜਾ ਹੈ ਇੱਕ ਖੰਡ ਹੁੰਦੀ ਹੈ, ਇੱਕ ਚੀਨੀ ਸ਼ੱਕਰ ਗੁੜ ਹੁੰਦਾ ਹੈ। ਖੰਡ ਜੇ ਤੁਸੀਂ ਲਿਆਓਗੇ, ਕਈ ਵਾਰ ਤੁਸੀਂ ਹੁਣ ਪੰਜੀਰੀ ਬਣਾਉਣੀ ਹੈ, ਜੇ ਚੀਨੀ ਵਿੱਚ ਪਾਓਗੇ ਉਹ ਵੀ ਮੂੰਹ 'ਚ ਰੜਕੀ ਜਾਏਗੀ ਦਾਣੇ। ਆਮ ਤੌਰ 'ਤੇ ਉਸ 'ਚ ਉਹਨੂੰ ਦੇਸੀ ਖੰਡ ਕਹਿੰਦੇ ਨੇ, ਉਹ ਬਰੀਕ ਹੁੰਦੀ ਹੈ। ਆਮ ਤੌਰ 'ਤੇ ਲੋਕ ਪੰਜੀਰੀ 'ਚ ਚੀਨੀ ਨਹੀਂ ਪਾਉਂਦੇ, ਖੰਡ ਪਾਉਂਦੇ ਨੇ ਤਾਂ ਜੋ ਮੂੰਹ 'ਚ ਰੜਕੇ ਨਾ ਹੋ। ਇੱਥੇ ਭਾਵ ਖੰਡ ਤੋਂ ਭਾਵ ਚੀਨੀ ਤੋਂ। ਹਰੀ ਕਹਿੰਦੇ ਹਰ ਹੈ ਖਾਂਡ, ਹਰੀ ਚੀਨੀ ਦੀ ਤਰ੍ਹਾਂ ਪ੍ਰਮਾਤਮਾ ਹੈ, ਸਮਝੋ ਜਿਵੇਂ ਚੀਨੀ ਹੈ। ਰੇਤ ਮੈਂ ਬਿਖਰੀ, ਰੇਤ 'ਚ ਖਿੰਡ ਗਈ, ਰੇਤ ਦੇ ਵਿੱਚ ਖਿੰਡੀ ਹੋਈ ਹੈ। ਹਾਥੀ ਚੁਣੀ ਨਾ ਜਾਏ, ਪਰ ਹਾਥੀ ਤੋਂ ਉਹ ਖਾਧੀ ਨਹੀਂ ਜਾ ਸਕਦੀ ਚੀਨੀ, ਹਾਥੀ ਤੋਂ ਨਹੀਂ ਖਾਧੀ ਜਾ ਸਕਦੀ, ਕਿਉਂਕਿ ਉਹਦੇ ਮੂੰਹ 'ਚ ਹੀ ਨਹੀਂ ਆਉਂਦੀ, ਉਹ ਮਿੱਟੀ 'ਚ ਰਲ ਗਈ ਹੈ। ਫਿਰ ਕੀਤਾ ਕੀ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ। ਗੁਰੂ ਨੇ ਕਹਿੰਦਾ ਚੰਗੀ ਸਾਨੂੰ ਸਿੱਖਿਆ ਦਿੱਤੀ, ਕੀਟੀ ਹੋਏ ਕਹਿ ਖਾਏ, ਵੀ ਤੂੰ ਕੀੜੀ ਬਣ ਜਾ, ਫਿਰ ਤੂੰ ਚੀਨੀ ਖਾ ਸਕਦਾ, ਕਿਉਂ ਕੀੜੀ ਨੇ ਇੱਕ ਇੱਕ ਦਾਣਾ ਕਰਕੇ ਚੁਗ ਲੈਣਾ। ਹਾਥੀ ਤੋਂ ਭਾਵ ਤੇ ਹੰਕਾਰ, ਅਤੇ ਕੀੜੀ ਤੋਂ ਭਾਵ ਹੈ ਨਿਮਰਤਾ। ਪਰਮਾਤਮਾ ਨੂੰ ਨਿਮਰਤਾ ਨਾਲ ਪ੍ਰਾਪਤ ਕੀਤਾ ਜਾ ਸਕਦਾ, ਹਉਮੈ ਅੰਦਰ ਰੱਖ ਕੇ ਨਹੀਂ ਕੀਤਾ ਜਾ ਸਕਦਾ। ਆ ਸਮਝਾਇਆ ਵੀ ਹਰੀ ਤਾਂ ਇਸ ਤਰ੍ਹਾਂ ਹੈ ਜਿਵੇਂ ਖੰਡ ਰੇਤ ਬਿਖਰ ਗਈ ਹੋਵੇ, ਖਿੰਡ ਗਈ ਹੋਵੇ। ਹੁਣ ਹਾਥੀ ਉਸ ਖੰਡ ਨੂੰ ਖਾ ਨਹੀਂ ਸਕਦਾ, ਹੁਣ ਖਾਣੇ ਦੇ ਕਹਿੰਦੇ ਫਿਰ ਕੀੜੀ ਬਣ ਕੇ ਖਾਣਾ ਪਵੇਗਾ। ਭਾਵ ਹਉਮੈ ਤਿਆਗਣੀ ਪੈ ਗਈ, ਨਿਮਰਤਾ ਧਾਰਨ ਕਰਨੀ ਪੈ ਗਈ। ਕਿਉਂਕਿ ਜਿੱਥੇ ਹਉਮੈ ਹੋਏਗੀ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਹਉਮੈ ਦੀ ਅਤੇ ਨਾਮ ਦੀ ਵਿਰੋਧ ਹੈ, ਦੋਨੋਂ ਇੱਕ ਥਾਂ ਨਹੀਂ ਹੋ ਸਕਦੇ। ਜਿੱਥੇ ਜਿਸ ਹਿਰਦੇ 'ਚ ਹਉਮੈ ਹੋਦੀ, ਉੱਥੇ ਨਾਮ ਵਸ ਹੀ ਨਹੀਂ ਸਕਦਾ, ਵਸ ਹੀ ਨਹੀਂ ਸਕਦਾ। ਮੀਂਹ ਸਾਰਾ ਪਹਾੜਾਂ 'ਤੇ ਪੈਂਦਾ, ਪਰ ਉੱਥੇ ਇੱਕ ਤੁਬਕਾ ਨਹੀਂ ਰਹਿੰਦਾ, ਸਾਰਾ ਰੁੜ ਕੇ ਹੇਠਾਂ ਨੀਵੇਂ ਥਾਵਾਂ 'ਤੇ ਆ ਜਾਂਦਾ। ਮੀਂਹ ਪੈਂਦਾ ਪਹਾੜਾਂ 'ਤੇ ਜ਼ਿਆਦਾ, ਪਰ ਉਹ ਸਾਰਾ ਰੁੜ ਕੇ, ਕਿਉਂ? ਭਾਵ ਉਹ ਹਉਮੈ ਹੈ, ਪਹਾੜ ਉੱਚਾ ਹੈ ਅਤੇ ਪਾਣੀ ਤਾਂ ਨੀਵੇਂ ਥਾਂ 'ਤੇ ਆਉਣਾ ਹੈ। ਜਦੋਂ ਹਿਰਦਾ ਪਹਾੜ ਵਰਗਾ ਉੱਚਾ ਹੋਵੇਗਾ, ਉੱਥੇ ਕੁਛ ਨਹੀਂ ਪ੍ਰਾਪਤੀ ਹੁੰਦੀ। ਇਹ ਤਾਂ ਨਿਮਰਤਾ ਧਾਰਨ ਕਰਨੀ ਪਏਗੀ। ਤੁਸੀਂ ਕਦੇ ਵੀ ਵੇਖਿਓ, ਜਦ ਤੁਸੀਂ ਕੋਈ ਚੀਜ਼ ਲੈਂਦੇ ਹੋ, ਆਪਣੀਆਂ ਲੱਪ ਜਿਹੜੇ ਨੇ ਉਹ ਬੁੱਕ ਨੀਵਾਂ ਕਦੇ ਵਿਚਾਲਿਓ, ਕਿ ਨੀਵੇਂ ਥਾਂ 'ਤੇ ਕੋਈ ਚੀਜ਼ ਪਵੇਗੀ ਨਾ। ਮੰਨ ਲਓ ਦੇਗ ਵਰਤਾ ਰਹੇ, ਮੈਂ ਹੱਥ ਐਂ ਕਰ ਲੈਣਾ, ਪਹਿਲਾਂ ਤਾਂ ਮੇਰੇ ਵੱਲ ਵੇਖੋ ਕਿਤੇ ਕੋਈ ਪਾਗਲ ਹੈ, ਵੀ ਤੂੰ ਪਾਗਲ ਹੈ, ਦੱਸ ਵੀ ਪੁੱਠੇ ਹੱਥ ਕੀਤੇ ਨੇ। ਚਲੋ ਉਹ ਥੋੜ੍ਹਾ ਗੁੱਸੇ 'ਚ ਪਾਏ, ਸਿੱਧੇ ਹੱਥ ਕਰ, ਅਤੇ ਮੈਂ ਐਂ ਕਰ ਲਏ। ਉਹ ਕਹਿ ਗਿਆ ਤਾਂ ਮਤਲਬ ਕਦੇ ਗੁਰਦੁਆਰੇ ਹੀ ਨਹੀਂ ਆਇਆ, ਇਹਨੇ ਕਦੇ ਦੇਗ ਹੀ ਨਹੀਂ ਲਈ, ਇਹਨੂੰ ਪਤਾ ਹੀ ਨਹੀਂ ਵੀ ਦੇਗ ਕਿਵੇਂ ਲੈਣੀ ਹੈ, ਸਿੱਧੇ ਹੱਥਾਂ ਨਾਲ ਲੈਣੀ ਕਿ ਪੁੱਠੇ ਹੱਥਾਂ ਨਾਲ ਲੈਣੀ ਕਿ ਨੀਵੇਂ ਕਰਕੇ ਲੈਣੇ।
ਜਿੱਥੇ ਨਿਮਰਤਾ ਹੋਵੇਗੀ ਉੱਥੇ ਜਾ ਕੇ ਗੱਲ ਬਣਦੀ ਹੈ। ਪੁਰਾਣੇ ਜ਼ਮਾਨੇ 'ਚ ਕਿਸੇ ਖੜੇ ਬੰਦੇ ਨੂੰ ਦੇਗ ਨਹੀਂ ਸੀ ਦਿੰਦੇ। ਜੇ ਕੋਈ ਖੜਾ ਮੰਗਦਾ ਸੀ ਉਹਨੂੰ ਕਹਿੰਦੇ ਭਾਈ ਬੈਠ, ਪਹਿਲਾਂ ਬਿਠਾ ਕੇ ਦੇਗ ਦਿੰਦੇ ਸੀ। ਹੁਣ ਹੈ ਵੀ ਬਿਠਾ ਕੇ ਵੰਡਣੀ ਔਖੀ ਹੈ, ਕਿਹੜਾ ਉੜ ਕੇ ਵੰਡੇ। ਅੱਜ ਕੱਲ੍ਹ ਲੋਕਾਂ ਦੇ ਲੱਕ ਦੁੱਖ ਲਾਉਂਦੇ ਨੇ। ਹੁਣ ਦੇਗ ਸੰਗਤ ਬੈਠੀ ਹੈ, ਤੁਸੀਂ ਦੇਗ ਵਰਤਾ ਰਹੇ ਹੋ, ਤੁਹਾਨੂੰ ਫਿਰ ਉੜਨਾ ਤਾਂ ਪੈਗਣਾ ਤਾਂ ਹੋਣਾ ਪੈਗਣਾ। ਹਾਂਜੀ, ਅਤੇ ਅੱਜ ਕੱਲ੍ਹ ਲੱਕ ਗਰੂ ਕੋਈ ਕੰਮ ਕੋਈ ਨਹੀਂ ਕਰਦੇ, ਇਸ ਲਈ ਅੱਜ ਕੱਲ੍ਹ ਦੇਗ ਵੀ ਖਲੋ ਕੇ ਮਿਲਦੀ ਹੈ। ਪਹਿਲਾ ਜਿਹੜਾ ਗੱਫਾ ਹੈ, ਜਿਹੜਾ ਮੈਂ ਇੱਕ ਵਾਰੀ ਦੁੱਖ ਨਾਲ ਸਾ ਗਿਆ, ਜਿਹੜੀ ਪਹਿਲੀ ਅਰਦਾਸ ਹੁੰਦੀ ਮਾਰਨਿੰਗ ਦੀ, ਉਦੋਂ ਤਾਂ ਅੰਦਰ ਹੀ ਵਰਤਾ ਰਹੇ ਸਨ ਉਹਦੇ, ਬਾਕੀ ਫਿਰ ਬਾਹਰ ਆਓ ਜੀ, ਬਾਹਰ ਜਾ ਕੇ ਖੜ੍ਹੇ। ਉਹ ਵਰਤਾਉਣ ਵਾਲੇ ਵੀ ਖੜ੍ਹੇ ਨੇ ਅਤੇ ਲੈਣ ਵਾਲਾ ਵੀ ਖੜ੍ਹਾ। ਸਮਾਂ ਪਾ ਕੇ ਲੋੜ ਅਨੁਸਾਰ ਕੁਝ ਰੀਤੀ ਰਿਵਾਜ਼ ਬਦਲ ਜਾਂਦੇ ਹਨ। ਹੁਣ ਸਾਰੇ ਸਤਸੰਗ 'ਚ ਚੌਂਕੜੀ ਮਾਰ ਕੇ ਬਹਿੰਦੇ ਨੇ। ਹੁਣ ਬਹੁਤ ਸਾਰੇ ਲੋਕਾਂ ਦੇ ਗੋਡੇ ਦੁਖਣਗੇ, ਚੌਂਕੜੀ ਨਹੀਂ ਵੱਜਦੀ। ਹੁਣ ਗੁਰਦੁਆਰੇ ਦੇ ਕੁਝ ਕੁ ਲੋਕਾਂ ਦੇ ਬੈਠਣ ਲਈ ਮਗਰ ਬੈਂਚ ਲਾਉਂਦੇ ਨੇ ਕੰਧੇ ਨਾਲ ਕਿ ਭਾਈ ਜਿਹਨਾਂ ਦੀ ਚੌਂਕੜੀ ਨਹੀਂ ਮਾਰ ਹੁੰਦੀ ਭਾਈ ਉੱਥੇ ਬਹਿ ਜਾਓ। ਜੇ ਵਾਕਈ ਲੱਕ ਦੁਖਦਾ ਫਿਰ ਬਹਿਣਾ ਚਾਹੀਦਾ, ਉਂਝ ਨਹੀਂ ਬਹਿਣਾ ਚਾਹੀਦਾ ਚਲ ਸੌਖਾ ਬਹਿ ਜਾਓ। ਗੁਰੂ ਮਹਾਰਾਜ ਜਾਣੀ ਜਾਣਨੇ ਵੀ ਜਾਣ ਕੇ ਬੈਠੇ। ਗੁਰੂ ਮਹਾਰਾਜ ਸਾਡੇ ਤੋਂ ਵੱਡੇ ਨੇ, ਉਹਨਾਂ ਤੋਂ ਨੀਵੇਂ ਹੀ ਬਹਿਣਾ ਹੈ। ਪਰ ਕਈ ਵਾਰੀ ਇਸ ਤਰ੍ਹਾਂ ਦਾ ਸਰੀਰ ਆਗੇ ਨਹੀਂ ਦਿੰਦਾ। ਜੀ ਕਰਦਾ ਸਤ ਸੰਗਤ ਕਰਨ ਨੂੰ, ਪਰ ਸਰੀਰ ਲੱਕ ਜਾਂ ਗੋਡੇ ਆਗਿਆ ਨਹੀਂ ਦਿੰਦੇ ਹਨ ਜੀ। ਫਿਰ ਇਸ ਲਈ ਮਜਬੂਰੀ ਵਸ ਨਾ ਚਾਹੁੰਦਿਆਂ ਹੋਵੇ ਬੰਦੇ ਨੂੰ ਬੈਂਚ 'ਤੇ ਮਗਰ ਬਹਿਣਾ ਪੈਂਦਾ। ਇਸ ਲਈ ਉਹਨਾਂ ਦਾ ਬੈਂਚ ਅਖੀਰ 'ਤੇ ਕੰਧ ਦੇ ਨਾਲ ਹੀ ਲਾਏ ਹੁੰਦੇ ਨੇ, ਭਈ ਉੱਥੇ ਤੁਸੀਂ ਬਹਿ ਜਾਓ, ਜੇ ਇਸ ਤਰ੍ਹਾਂ ਨਹੀਂ ਬੈਠ ਸਕਦੇ ਮਜਬੂਰੀ ਹੈ। ਆਮ ਹੀ ਤਕਰੀਬਨ ਸਾਰੇ ਗੁਰਦੁਆਰੇ ਦੇ ਵਿੱਚ 5-7 ਬੈਂਚ ਲਾਏ ਹੁੰਦੇ ਨੇ ਵੀ ਤਾਂ ਜੋ ਬਜ਼ੁਰਗ ਜਿਹੜੇ ਵਿਚਾਰੇ ਕਈ ਸਾਲਾਂ ਤੋਂ ਸਤਸੰਗ ਕਰਦੇ ਰਹੇ ਹਨ, ਉਹਨਾਂ ਦੇ ਮਨ 'ਚ ਇਹ ਨਾ ਹੋਵੇ ਜਦ ਵੀ ਕੀ ਸਾਡੀ ਹਾਲਤ ਹੋ ਗਈ ਹੈ, ਅਸੀਂ ਸਤਸੰਗ ਵੀ ਨਹੀਂ ਕਰ ਸਕਦੇ ਹਨ। ਮਜਬੂਰੀ ਹੋਰ ਗੱਲ ਹੁੰਦੀ ਹੈ, ਉਹ ਗੁਰੂ ਮਹਾਰਾਜ ਵੀ ਜਾਣਦੇ ਹੁੰਦੇ ਨੇ। ਸੋ ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਜੋ ਤੋਹੇ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਤਾਂ ਹੋਏ। ਜੋ ਤੋਹੇ ਸਾਧ ਪਿਰਮ, ਇੱਥੇ ਸਾਧ ਦਾ ਮਤਲਬ ਹੈ ਸ਼ਰਧਾ। ਇੱਥੇ ਸਾਧ ਦਾ ਮਤਲਬ ਕੋਈ ਸਾਧੂ ਨਹੀਂ ਹੈ। ਪਿਰਮ ਹੁੰਦਾ ਪ੍ਰਭੂ ਪਤੀ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਜੇ ਤੂੰ ਪਰਮਾਤਮਾ ਨੂੰ ਤੇਰੇ ਮਿਲਣ ਦੀ ਇੱਛਾ ਨਾ ਅੰਦਰ ਸ਼ਰਧਾ ਭਾਵਨਾ ਕਿ ਮੈਂ ਪਰਮਾਤਮਾ ਨੂੰ ਮਿਲਾਂ, ਫਿਰ ਕੀ ਕਰ, ਸੀਸ ਕਾਟ ਕਰ ਗੋਏ, ਗੋਏ ਅੰਦਰ ਖਿੱਦੋ ਗੇਂਦ, ਆਪਣਾ ਸਿਰ ਵੱਢ ਕੇ ਨਾ ਉਹਦੀ ਗੇਂਦ ਬਣਾ ਲੈ। ਫਿਰ ਠੁੱਡੇ ਮਾਰਨੇ ਲੋਕ ਗੇਂਦ ਨੂੰ, ਫਿਰ ਫੁੱਟਬਾਲ ਹੋ ਗਈ, ਹੋਰ ਕੋਈ ਉਹਨੂੰ ਠੁੱਡੇ ਮਾਰਦੇ ਨੇ। ਭਾਵ ਨਿਮਰਤਾ ਧਾਰਨ ਕਰ। ਇਹ ਨਹੀਂ ਕਿ ਸੱਚੀ ਸਿਰ ਵੱਢ ਲੈਣਾ, ਫਿਰ ਤਾਂ ਭਜਨ ਬੰਦਗੀ ਕੋਈ ਨਹੀਂ ਹੋਣੀ। ਇੱਕ ਜਿਹੜਾ ਵਾਰਤਕ ਹੈ ਉਸ ਦੇ ਸਿੱਧੇ ਅਰਥ ਹੁੰਦੇ ਨੇ, ਕਵਿਤਾ 'ਚ ਸਿੱਧੇ ਅਰਥ ਨਹੀਂ ਹੁੰਦੇ। ਜੇ ਕਵਿਤਾ ਦੇ ਸਿੱਧੇ ਅਰਥ ਕਰਨ ਲੱਗੇ ਤਾਂ ਗੱਲ ਹੀ ਕੋਈ ਹੋਰ ਬਣ ਜਾਏਗੀ। ਬਈ ਜੇ ਤੂੰ ਪਰਮਾਤਮਾ ਪ੍ਰਤੀ ਤੇਰੀ ਸ਼ਰਧਾ ਹੈ, ਤੂੰ ਪਰਮਾਤਮਾ ਨੂੰ ਪ੍ਰਾਪਤ ਕਰਨਾ ਤਾਂ ਆਪਣਾ ਸਿਰ ਵੱਢ ਕੇ ਗੇਂਦ ਬਣ ਜਾ। ਫਿਰ ਜੋ ਸਿਰ ਹੀ ਵੱਢੇਗਾ ਫਿਰ ਕਿਹੜੀ ਭਜਨ ਬੰਦਗੀ ਹੋਏਗੀ। ਭਾਵ ਹੈ ਕਿ ਨਿਮਰਤਾ ਧਾਰਨ ਕਰ, ਕਿ ਜੇ ਤੂੰ ਰੱਬ ਨੂੰ ਮਿਲਣਾ ਨਾ ਫਿਰ ਤੂੰ ਆਪਣਾ ਸਿਰ ਵੱਢ ਕੇ ਉਹਦੀ ਗੇਂਦ ਬਣਾ ਲੈ। ਭਾਵ ਨਿਮਰਤਾ ਧਾਰਨ ਕਰ। ਹੁਣ ਠੁੱਡੇ ਮਾਰਦੇ ਨੇ, ਤੈਨੂੰ ਕੋਈ ਚੰਗਾ ਕਹਿੰਦਾ ਕੋਈ ਮੰਦਾ ਕਹਿੰਦਾ, ਤੂੰ ਜਿਹੜਾ ਮਨ 'ਚ ਨਹੀਂ ਲਿਆਉਣਾ ਹੈ। ਇਹ ਮੈਨੂੰ ਇਹ ਕਿਉਂ ਕਹਿੰਦੇ ਨੇ, ਕਿਉਂਕਿ ਭਜਨ ਬੰਦਗੀ ਵਾਲੇ ਨੇ ਬੜਾ ਕੁਝ ਸੁਣਨਾ ਹੁੰਦਾ। ਜਿਵੇਂ ਦੇਖੋ ਕਬੀਰ ਸਾਹਿਬ ਹੁਣ ਵਾਲੇ ਕਹਿ ਰਹੇ ਵੀ ਸ਼ਰਾਬ ਨਹੀਂ ਪੀਣੀ, ਭੰਗ ਨਹੀਂ ਪੀਣੀ, ਮੱਛੀ ਨਹੀਂ ਖਾਣੀ, ਉਹ ਤਾਂ ਕਹਿਣਗੇ। ਹੁਣ ਇਹ ਖਾਣ ਪੀਣ ਵਾਲੀ ਚੰਗੀ ਨਹੀਂ ਗੱਲ ਲੱਗਣੀ, ਨਹੀਂ ਗੱਲ ਚੰਗੀ ਲੱਗਣੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਨੂੰ ਮਿਲਣਾ ਤਾਂ ਸਾਨੂੰ ਬਹੁਤ ਕੁਛ ਸੰਸਾਰ ਤੋਂ ਸੁਣਨਾ ਪੈਣਾ। ਔਖੇ ਨਹੀਂ ਹੋਣਾ। ਕੋਈ ਆ ਕੇ ਮੈਨੂੰ
ਮੰਨ ਲਓ ਮੇਰੀ ਕਥਾ ਚੱਲ ਰਹੀ ਹੈ, ਕੋਈ ਕਮੈਂਟਸ ਦੇ ਰਹੇ ਹੋਣੇ, ਆਪਣੇ ਆਪਣੇ ਕਮੈਂਟਸ ਦਿੰਦੇ ਨੇ। ਚਲੋ ਮੇਰੀ ਕਥਾ ਤਾਂ ਸੋਹਣੀ ਬਹੁਤੇ ਮੇਰੇ ਵਿਦਿਆਰਥੀ ਹੀ ਰਹੇ ਨੇ, ਦੂਜੇ ਤਾਂ ਚਲੋ ਘੱਟ ਨੇ। 80% ਤਾਂ ਮੇਰੇ ਸਟੂਡੈਂਟ ਹੀ ਸੁਣ ਰਹੇ ਨੇ ਜਿਨ੍ਹਾਂ ਨੇ ਸੰਥਿਆ ਲਈ ਹੋਈ ਹੈ। 20% ਉਹਨਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅੱਗੇ ਅੱਗੇ ਪਤਾ ਲੱਗਾ ਸੁਣ ਰਹੇ ਨੇ। ਸਪੋਜ਼ ਕਰੋ ਕੋਈ ਕਮੈਂਟਸ ਦੇ ਦਿੰਦਾ ਮੇਰੇ ਵਿਰੁੱਧ, ਆਹ ਕਾਕਾ ਮੈਨੂੰ ਆਖਦਾ ਬਾਬਾ ਜੀ ਫਲਾਣੇ ਨੇ ਤੁਹਾਡੇ ਵਿਰੁੱਧ ਐਂ ਲਿਖਿਆ ਹੈ, ਅਤੇ ਮੈਂ ਹੁਣ ਔਖਾ ਹੋਈ ਜਾਵਾਂ ਤਾਂ ਫਿਰ ਮੈਂ ਇਸ ਮਾਰਗ 'ਤੇ ਨਹੀਂ ਚੱਲ ਸਕਦਾ, ਫਿਰ ਮੈਂ ਇਸ ਧਰਮ ਦੇ ਮਾਰਗ 'ਤੇ ਨਹੀਂ ਚੱਲ ਸਕਦਾ। ਇਹ ਸੰਸਾਰ ਹੈ। ਸਿਆਣੇ ਕਹਿੰਦੇ ਨੇ ਆਰੀ ਨੂੰ ਨਾ ਇੱਕ ਪਾਸੇ ਦੰਦੇ ਹੁੰਦੇ, ਸੰਸਾਰ ਨੂੰ ਦੋਨੋਂ ਪਾਸੇ ਹੁੰਦੇ। ਇਹ ਕਿਸੇ ਤਰ੍ਹਾਂ ਨਹੀਂ ਛੱਡਦੇ, ਇਹ ਕਿਸੇ ਤਰ੍ਹਾਂ ਨਹੀਂ ਛੱਡਦੇ। ਭਜਨ ਬੰਦਗੀ ਕਰਨ ਵਾਲੇ ਨੇ ਬਸ ਆਪਣੀ ਧੁਨ ਦਾ ਪੱਕਾ ਰਹਿਣਾ, ਆਪਣੀ ਧੁਨ ਦੇ ਪੱਕੇ ਰਹਿਣਾ, ਆਪਣੇ ਰਸਤੇ 'ਤੇ ਗੁਰੂ ਨੇ ਦੱਸੇ ਰਾਹ 'ਤੇ ਤੁਰੀ ਜਾਣਾ, ਤੁਰੀ ਜਾਣਾ। ਕੋਈ ਚੰਗਾ ਕਹੋ, ਮੰਦਾ ਕਹੋ, ਕੋਈ ਭਲਾ ਕਹੋ, ਕੋਈ ਬੁਰਾ ਕਹੋ। ਹਮ ਤੋਂ ਤਨ ਦਿਆ ਹੈ ਢਾਰ ਵੰਡ ਕੇ, ਉਹ ਤਾਂ ਆਪਣਾ ਸਰੀਰ ਹੀ ਗੁਰੂ ਨੂੰ ਅਰਪਣ ਕਰਤਾ। ਹੁਣ ਕੋਈ ਚੰਗਾ ਕਹੋ, ਕੋਈ ਮੰਦਾ ਕਹੋ, ਇੱਥੇ ਪਹੁੰਚਣਾ ਤਾਂ ਜਾ ਕੇ ਪ੍ਰਾਪਤੀ ਹੁੰਦੀ। ਅਤੇ ਜੇ ਅੰਦਰ ਹਉਮੈ ਹੈ ਤਾਂ ਉਹਨੂੰ ਸੱਟ ਵੱਜੇਗੀ ਜਦੋਂ ਨਿੰਦਿਆ ਹੋਏਗੀ, ਕੁਦਰਤੀ ਗੱਲ ਹੈ। ਜਦੋਂ ਵਡਿਆਈ ਕਰੇਗਾ ਇਹ ਹਉਮੈ ਨੂੰ ਪੱਠੇ ਪੈਣਗੇ, ਖੁਸ਼ ਹੋਏਗੀ। ਜਦੋਂ ਵਡਿਆਈ ਕਰੇਗਾ ਜਿਹੜੀ ਅੰਦਰ ਹਉਮੈ ਹੈ ਉਹ ਖੁਸ਼ ਹੋਏਗੀ। ਜਦੋਂ ਨਿੰਦਿਆ ਕਰੇਗਾ ਅੰਦਰਲੀ ਹਉਮੈ ਦੁਖੀ ਹੋਵੇਗੀ। ਅਤੇ ਇਹ ਹਉਮੈ ਹੀ ਛੱਡਣੀ ਪੈਣੀ ਵੀ ਭਾਵੇਂ ਕੋਈ ਚੰਗਾ ਕਹੋ, ਮੰਦਾ ਕਹੋ, ਆਪਣੇ ਰਾਹ 'ਤੇ ਤੁਰੇ ਹੀ ਜਾਣਾ ਹੈ, ਤਾਂ ਬੰਦਾ ਮੰਜ਼ਿਲ 'ਤੇ ਪਹੁੰਚਦਾ ਹੈ। ਜੋ ਖੱਬੇ ਪਾਸੇ ਵੇਖੀ ਗਿਆ, ਸੱਜੇ ਪਾਸੇ ਵੇਖੇ, ਕੌਣ ਮੈਨੂੰ ਚੰਗਾ ਕਹਿੰਦਾ, ਕੌਣ ਮੈਨੂੰ ਮੰਦਾ ਕਹਿੰਦਾ, ਫਿਰ ਯਾਤਰਾ ਨਹੀਂ ਪੂਰੀ ਹੋਇਆ ਕਰਦੀ। ਤਾਂ ਕਹਿੰਦੇ ਨੇ ਖੇਲਤ ਖੇਲਤ ਹਾਲ ਕਰ, ਹਾਲ ਕਰ ਹੁੰਦਾ ਮਸਤ ਹੋ ਜਾ। ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਪ੍ਰੇਮ ਕਰਦਿਆਂ ਕਰਦਿਆਂ ਤੂੰ ਮਸਤ ਹੋ ਜਾ। ਜੋ ਕੁਛ ਹੋਏ ਤਾਂ ਹੋਏ, ਬਾਕੀ ਜੋ ਹੋ ਰਿਹਾ ਉਹਨੂੰ ਹੋਣ ਦੇ, ਉਹਦੀ ਚਿੰਤਾ ਨਾ ਕਰ ਵੀ ਕੀ ਹੋ ਰਿਹਾ। ਜੋ ਹੋ ਰਿਹਾ ਉਹ ਠੀਕ ਹੋ ਰਿਹਾ ਹੈ। ਤੂੰ ਕਹਿੰਦਾ ਆਪਣਾ ਨਾਮ ਜਪਦਾ ਜਪਦਾ ਪਰਮਾਤਮਾ ਪਿਆਰ ਨੂੰ ਪਿਆਰ ਕਰਦਾ ਕਰਦਾ ਮਸਤ ਹੋ ਜਾ। ਬਸ ਹਾਲ ਕਰ, ਮਸਤ ਹੋ ਜਾ। ਜੋ ਕੁਛ ਹੋਏ ਤਾਂ ਹੋਏ, ਜੋ ਹੋ ਰਿਹਾ ਉਹ ਹੋਈ ਜਾਣ ਦਿਓ। ਕਿਉਂਕਿ ਜਦੋਂ ਤੁਸੀਂ ਨਾਮ ਜਪਦੇ ਹੋ, ਪਰਮਾਤਮਾ ਜੋ ਕਰੇਗਾ ਤੁਹਾਡੇ ਲਈ ਠੀਕ ਹੀ ਕਰੇਗਾ। ਉਹ ਨਾਮ ਜਪਣ ਵਾਲੇ ਲਈ ਕੁਛ ਮਾੜਾ ਨਹੀਂ ਕਰੇਗਾ ਪਰਮਾਤਮਾ। ਉਹ ਤਾਂ ਸਗੋਂ ਦੇ ਕਾਰਜ ਸਵਾਰਦਾ ਹੈ, ਉਹਨੂੰ ਪਿਆਰ ਕਰਦਾ ਹੈ। ਭਗਤ ਵਛਲ, ਪਰਮਾਤਮਾ ਨਾਮ ਹੈ ਭਗਤ ਵਛਲ। ਵਛਲ ਹੁੰਦਾ ਪਿਆਰ ਕਰਨ ਵਾਲਾ, ਭਗਤੀ ਨੂੰ ਪਿਆਰ ਕਰਨ ਵਾਲਾ ਪਰਮਾਤਮਾ। ਇਸ ਲਈ ਜਿਹੜਾ ਭਜਨ ਬੰਦਗੀ ਕਰਦਾ ਪਰਮਾਤਮਾ ਨੂੰ ਪਿਆਰ ਕਰਦਾ ਹੈ। ਅਤੇ ਮੰਨ ਲਓ ਮੇਰਾ ਕਿਸੇ ਨਾਲ ਪਿਆਰ ਹੈ, ਰਿਸ਼ਤੇਦਾਰ, ਦੋਸਤ ਮਿੱਤਰ ਨਾਲ, ਵਾਈਫ ਨਾਲ, ਬੱਚਿਆਂ ਨਾਲ, ਮੈਂ ਉਹਨਾਂ ਦਾ ਮਾੜਾ ਕਿਉਂ ਕਰਾਂਗਾ? ਪਿਆਰੇ ਤਾਂ ਕੋਈ ਮਾੜਾ ਨਹੀਂ ਕਰਦਾ। ਆਪਾਂ ਭਜਨਬੰਦੀ ਕਰਦੇ ਹਾਂ, ਰੱਬ ਸਾਨੂੰ ਪਿਆਰ ਕਰਦਾ, ਸਾਡਾ ਮਾੜਾ ਥੋੜ੍ਹਾ ਹੀ ਕਰੇਗਾ, ਉਹ ਮਾੜਾ ਨਹੀਂ ਕਰੇਗਾ। ਇਸ ਲਈ ਉਹ ਕਹਿੰਦੇ ਜੋ ਹੋ ਰਿਹਾ ਹੋਣ ਦਿਓ, ਬਸ ਤੁਸੀਂ ਆਪਣੇ ਲੱਗੇ ਰਹੋ। ਭਜਨ ਬੰਦਗੀ ਕਰਦੇ ਕਰਦੇ ਮਸਤ ਹੋ ਜਾਓ, ਤੁਹਾਨੂੰ ਪਤਾ ਹੀ ਨਹੀਂ ਲੱਗੇ ਲੋਕ ਕੀ ਕਹਿੰਦੇ ਕੀ ਨਹੀਂ ਕਹਿੰਦੇ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਪਾਕੇ ਸੇਤੀ ਖੇਲ, ਕਾਚੀ ਸਰਸੋਂ ਭੇਲ ਕੈ, ਨਾ ਖਲ ਭਈ ਨਾ ਤੇਲ। ਸਰਸੋਂ ਸਰੋਂ ਨੂੰ ਕਹਿੰਦੇ ਆ ਜੀ, ਆਪਾਂ ਪੰਜਾਬੀ ਸਰੋਂ ਕਹਿੰਦੇ, ਹਿੰਦੀ ਸਰਸੋਂ ਕਹਿੰਦੇ। ਭੇਲ ਹੁੰਦਾ ਜਿਹੜਾ ਆਪਾਂ ਸਰੋਂ ਪੀੜਦੇ, ਕਹਾਣੀ ਪੀੜਦੇ, ਆਪਾਂ ਕੋਹਲੂ 'ਤੇ ਲੈ ਜਾਂਦੇ ਸਰੋਂ, ਉਹ ਫਿਰ ਕਹਾਣੀ ਪੀੜਦੇ ਨੇ, ਫਿਰ ਉਸ 'ਚੋਂ ਤੇਲ ਨਿਕਲਦਾ ਹੈ। ਭੇਲ ਕੈ ਮਤਲਬ ਪੀੜ ਕੇ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਜੇ ਤੈਨੂੰ ਪਰਮਾਤਮਾ ਨਾਲ ਪਿਆਰ ਹੈ ਨਾ, ਸ਼ਰਧਾ ਭਾਵਨਾ ਹੈ, ਫਿਰ ਕੀ ਕਰ, ਪਾਕੇ ਸੇਤੀ ਖੇਲ। ਫਿਰ ਕੱਚੇ ਗੁਰੂ ਨਾਲ ਗੱਲ ਨਹੀਂ ਬਣਨੀ, ਫਿਰ ਪੱਕੇ ਗੁਰੂ ਨਾਲ ਗੱਲ ਬਣੇਗੀ। ਪੱਕਾ ਗੁਰੂ ਲੱਭ, ਕਿ ਗੁਰਬਾਣੀ ਕਾਚੇ ਗੁਰ ਤੇ ਮੁਕਤ ਨਾ ਹੋਏ। ਹੁਣ ਕੱਚਾ ਕਿਹੜਾ ਪੱਕਾ ਕਿਹੜਾ ਹੈ, ਇਹ ਪਹਿਚਾਣ ਹੋਣੀ ਚਾਹੀਦੀ ਹੈ। ਜੇ ਪਹਿਚਾਣ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਕਈਆਂ ਨੂੰ ਪਹਿਚਾਣ ਆ ਵੀ ਜਾਂਦਾ ਕਿ ਸਾਡਾ ਗੁਰੂ ਕੱਚਾ, ਫਿਰ ਵੀ ਨਹੀਂ ਛੱਡਦੇ ਉਸ ਨੂੰ, ਫਿਰ ਲੱਗੇ ਰਹਿੰਦੇ ਨੇ।
ਇਹ ਲੱਗੇ ਰਹਿੰਦੇ ਵੀ ਭਲਿਓ ਮਾਨਸ ਜਿਹੜਾ ਆਪ ਹੀ ਕੱਚਾ ਹੈ, ਆਪ ਹੀ ਡੁੱਬਿਆ ਹੈ, ਆਪ ਵੀ ਡੁੱਬੇ, ਜਜਮਾਨ ਵੀ ਡੋਬੇ। ਸੋ ਇਸ ਲਈ ਪਤਾ ਤਾਂ ਛੇਤੀ ਹੀ ਲੱਗ ਜਾਂਦਾ ਇਹ ਕੱਚਾ ਕਿ ਪੱਕਾ ਹੈ। ਸੋ ਪਹਿਲਾਂ ਪਰਖ ਲੈਣਾ ਚਾਹੀਦਾ। ਆਪਾਂ ਕੋਈ ਵੀ ਚੀਜ਼ ਲੈਂਦੇ ਹਾਂ ਹੁਣ ਥੋੜ੍ਹਾ ਬਹੁਤਾ ਪਰਖਦੇ। ਮੈਂ ਦੇਖਿਆ ਜਦੋਂ ਘੜਾ ਖਰੀਦਦੇ ਸੀ, ਉਹਨਾਂ ਉਂਗਲ ਪੁੱਠੀ ਕਰਕੇ ਐਂ ਠੋਕਰ ਕੇ ਵੇਖਦੇ ਸੀ। ਉਸ ਭੱਠੇ 'ਤੇ ਚਲੀ ਇੱਟ ਲੈਣੀ ਹੈ, ਇੱਟਾਂ ਲੈਣੀਆਂ ਨਾ, 2 ਇੱਟਾਂ ਖੜਕਾ ਕੇ ਵੇਖਣੀ, ਆਵਾਜ਼ 'ਚ ਫਰਕ ਹੁੰਦਾ। ਜਿਹੜੀ ਐਨ ਪੱਕੀ ਇੱਟ ਹੋਏਗੀ ਉਹਦੀ ਆਵਾਜ਼ ਹੋਰ ਹੋਏਗੀ, ਜਿਹੜੀ ਪਿੱਲੀ ਹੋਏਗੀ ਉਹਦੀ ਆਵਾਜ਼ ਹੋਰ ਹੋਏਗੀ। ਉੱਥੇ ਖੜਕਾ ਕੇ ਰੰਗ ਨਹੀਂ ਸੀ ਵੇਖਦੇ। ਕਈ ਵਾਰੀ ਇੱਟ ਦਾ ਰੰਗ ਵਧੀਆ ਹੈ ਪਰ ਨਹੀਂ, ਉਹ ਖੜਕਾ ਕੇ ਵੇਖਦੇ ਸੀ ਵੀ ਹਾਂ ਆਵਾਜ਼ ਠੀਕ ਹੈ, ਪੱਕੀ ਹੈ। ਇਸ ਲਈ ਕਹਿੰਦਾ ਜੇ ਤੁਸੀਂ ਚਾਹੁੰਦੇ ਹੋ ਨਾ ਪਰਮਾਤਮਾ ਨੂੰ ਪਿਆਰ ਕਰਨਾ ਤਾਂ ਫਿਰ ਪਾਕੇ ਸੇ ਤੀਖੇ, ਫਿਰ ਪੱਕੇ ਗੁਰੂ ਲੱਭੋ। ਕਹਿੰਦੇ ਕਾਚੀ ਸਰਸੋਂ ਪੇਲ ਕੇ, ਸਰੋਂ ਅਜੇ ਪੱਕੀ ਹੀ ਨਹੀਂ, ਕਿਸੇ ਨੇ ਕੱਚੀ ਹੀ ਵੱਢ ਲਈ ਹੈ। ਜਿਵੇਂ ਕਈ ਵਾਰੀ ਕਿਸਾਨ ਹੁਣ ਰਾਤ ਨੂੰ ਨਹੀਂ ਵੱਢਣ ਦਿੰਦੇ ਗੌਰਮੈਂਟ, ਦਿਨੇ ਦਿਨੇ ਵੱਢੋ ਕਹਿੰਦੇ, ਕਿਉਂ ਕੰਬਾਈਨਾਂ ਵੱਢਦੇ ਨੇ, ਉਹ ਗਿੱਲੀ ਗਿੱਲੀ ਜੀਰੀ ਮਾਰਕੀਟ 'ਚ ਲੈ ਆਉਂਦੇ ਨੇ, ਉਹਦਾ ਭਾਰ ਵੱਧ ਹੋਊਗਾ ਉਹਦੇ, ਉਹ ਖਰੀਦਣ ਵਾਲੇ ਕਹਿੰਦੇ ਅਸੀਂ ਹੁਣ ਗਿੱਲੀ ਜੀਰੀ 1 ਕੁਇੰਟਲ ਖਰੀਦ ਲਈ, ਉਹ ਤਾਂ ਸੁੱਕ ਕੇ 95 ਕਿਲੋ ਰਹਿ ਜਾਣੀ ਹੈ। ਉਹ 5 ਕਿਲੋ ਕੌਣ ਪੂਰੀ ਕਰੇਗਾ ਇਸ ਰਿਕਾਰਡ 'ਚ? ਉਹ 5 ਕਿਲੋ ਕਿੱਥੋਂ ਪੂਰੀ ਹੋਵੇਗੀ ਜੀ? ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। FCI ਨਾਲ ਕਿੰਨਿਆਂ ਤੇ ਮੁਕੱਦਮੇ ਚੱਲ ਰਹੇ ਇਸੇ ਕਰਕੇ ਵੀ ਤੁਸੀਂ ਖਾ ਗਏ ਜੀਰੀ ਕਣਕ, ਖਾ ਕੇ ਅੱਲਾ ਜਨ ਨਾ ਖਾ ਕੇ, ਪਰ ਮੈਨੂੰ ਇੰਨਾ ਪਤਾ ਕਿ ਜੇ ਤੁਸੀਂ ਗਿੱਲੀ ਚੀਜ਼ ਖਰੀਦ ਲਓਗੇ ਉਹ ਕੁਝ ਦਿਨਾਂ ਬਾਅਦ ਸੁੱਕ ਕੇ ਉਹਦੇ ਭਾਰ ਘਟਣੇ ਹੀ ਘਟਣੇ। ਉੱਥੇ ਤਾਂ ਆ ਗਿਆ ਵੀ ਇੰਨੇ ਇਸ ਗੋਦਾਮ 'ਚ ਇੰਨੇ ਕੁਇੰਟਲ ਜੀਰੀ ਜਾਂ ਕਣਕ ਪਈ ਹੈ, ਉਹ ਸੁੱਕ ਕੇ ਜਿਹੜਾ ਉਹਦਾ ਭਾਰ ਘਟ ਗਿਆ। ਅਗਲਿਆਂ ਦਾ ਹਿਸਾਬ ਲੈਣਾ ਵੀ ਇੰਨੇ 3 ਕੁਇੰਟਲ ਦਿੱਤੇ ਸੀ, ਇੰਨੇ ਕੁਇੰਟਲ ਦੇ। ਉਹ ਫਿਰ ਕੀ ਕਰਦੇ ਨੇ ਉਹ ਅੱਲਾ ਜਾਣੇ। ਉਹ FCI ਵਾਲਿਆਂ ਨੂੰ ਪਤਾ ਜਾਂ ਦੂਜਿਆਂ ਨੂੰ ਪਤਾ ਕੀ ਕਰਦੇ, ਕਿਵੇਂ ਪੂਰੀ ਕਰਦੇ, ਕਿਵੇਂ ਨਹੀਂ ਕਰਦੇ। ਮੈਂ ਬਹੁਤਾ ਇਸ ਡਿਟੇਲ 'ਚ ਨਹੀਂ ਗਿਆ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਅਗਰ ਗਿੱਲੀ ਕਿਸਾਨ ਚੀਜ਼ ਵੇਚਣਗੇ, ਰੌਲਾ ਪੈਂਦਾ ਸਰਕਾਰ ਫਿਰ ਗਿੱਲੀ ਖਰੀਦ ਲੈਂਦੇ ਵੀ ਕੀ ਕਰੇ ਸੰਭੇ, ਰੌਲਾ ਪੈਂਦਾ ਖਰੀਦ ਲਓ, ਦੇਖੀ ਜੋ ਹੋਊਗਾ ਜੀ। ਇਸ ਲਈ ਜਦੋਂ ਪ੍ਰਾਈਵੇਟ ਬੰਦੇ ਖਰੀਦੇਗਾ ਨਾ ਉਹ ਕਦੇ ਗਿੱਲੀ ਨਹੀਂ ਖਰੀਦੇਗਾ। ਸਰਕਾਰ ਤਾਂ ਗਿੱਲੀ ਮਜਬੂਰੀ ਖਰੀਦ ਲੈਂਦੀ ਹੈ, ਪਰ ਜੇ ਤੁਸੀਂ ਖਰੀਦਣ ਜਾਓਗੇ ਤੁਸੀਂ ਕਦੇ ਵੀ ਗਿੱਲੀ ਜੀਰੀ ਜਾਂ ਗਿੱਲੀ ਕਣਕ ਨਹੀਂ ਖਰੀਦੋ, ਸੁੱਕ ਜਾਏਗੀ। ਖੈਰ ਕਹਿੰਦੇ ਕਾਚੀ ਸਰਸੋਂ ਪੇਲ ਕੇ, ਹੁਣ ਜੇ ਕੱਚੀ ਸਰੋਂ ਹੈ ਤਾਂ ਉਹਨੂੰ ਅਸੀਂ ਉਹਦੀ ਕਹਾਣੀ ਪੀੜੀ, ਨਾ ਖਲ ਪਈ ਨਾ ਤੇਲ, ਨਾ ਉਹ 'ਚੋਂ ਤੇਲ ਨਿਕਲਿਆ ਨਾ ਖਲ ਮਿਲੀ, ਨਾ ਖਲ ਮਿਲੀ ਨਾ ਤੇਲ ਮਿਲਿਆ, ਕਿਉਂ ਕੱਚੀ ਸੀ। ਇਸ ਲਈ ਕੱਚੇ ਗੁਰੂ ਤੋਂ ਕੁਝ ਪ੍ਰਾਪਤ ਨਹੀਂ ਹੋਣਾ। ਕਿ ਚਾਹੀਦਾ ਤਾਂ ਫਿਰ ਪੱਕਾ ਗੁਰੂ ਚਾਹੀਦਾ। ਜੇ ਰੱਬ ਨੂੰ ਪਿਆਰ ਕਰਨਾ ਕਿਉਂਕਿ ਰੱਬ ਗੁਰੂ ਰਾਹੀਂ ਮਿਲਣਾ ਅਤੇ ਕੱਚੇ ਗੁਰੂ ਰਾਹੀਂ ਮਿਲਣਾ ਪੱਕੇ ਗੁਰੂ ਰਾਹੀਂ ਹੈ। ਇਹ ਤਾਂ ਮੈਂ ਬੜਾ ਹੀ ਧੰਨਵਾਦੀ ਹਾਂ ਦਸਮ ਪਾਤਸ਼ਾਹ ਦਾ ਵੀ ਕਿੰਨਾ ਉਹ ਸਾਡੇ 'ਤੇ ਪਰਉਪਕਾਰ ਕਰ ਗਏ। 708 ਸੰਨ ਦੇ ਵਿੱਚ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ। ਜੇ ਗੁਰਗੱਦੀ ਨਾ ਦਿੰਦੇ ਤਾਂ ਇਹ ਗੁਰੂ ਨਹੀਂ ਸੀ ਹੋਣੀ ਬਾਣੀ। ਭਾਵੇਂ ਚੌਥੇ ਪਾਤਸ਼ਾਹ ਨੇ ਕਹਿਤਾ ਸੀ ਬਾਣੀ ਗੁਰੂ ਹੈ ਬਾਣੀ, ਪਰ ਵਿਧੀਵਤ ਜਿਹੜਾ ਹੈ ਗੁਰੂ, ਜਿਵੇਂ ਮੰਨ ਲਓ ਮੈਂ ਉਂਝ ਹੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ, ਇੱਕ ਤਾਂ ਐਵੇਂ ਕਹਿਣਾ, ਇੱਕ ਬੰਦਾ ਅੰਮ੍ਰਿਤ ਛਕ ਕੇ ਫਿਰ ਗੁਰੂ ਦੇ ਲੜ ਲੱਗਦਾ, ਦੋਨਾਂ 'ਚ ਫਰਕ ਹੈ। ਜੇ ਇੱਕੋ ਹੀ ਗੱਲ ਹੋਵੇ ਫਿਰ ਤਾਂ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ, ਉਂਝ ਹੀ ਕਹਿ ਦਿਓ ਮਨ 'ਚ ਵੀ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ, ਮੈਂ ਗੁਰੂ ਗ੍ਰੰਥ ਗੁਰੂ ਮੰਨਦਾ। ਪਰ ਗੁਰੂ ਕਹਿੰਦਾ ਨਹੀਂ, ਮੈਂ ਤੈਨੂੰ ਗੁਰਮੰਤਰ ਨਹੀਂ ਦਿੱਤਾ ਇਸ ਲਈ ਤੂੰ ਮੇਰਾ ਚੇਲਾ ਨਹੀਂ। ਇੱਕ ਲੱਭਿਆ, ਦੇਖੋ ਕਿੰਨਾ ਤੀਰ ਅੰਦਾਜ਼ ਸੀ ਜ਼ਬਰਦਸਤ। ਕੁੱਤੇ ਦੀ ਆਦਤ ਜੀਭ ਬਾਹਰ ਨੂੰ ਕੱਢ ਲੈਂਦਾ। ਹਾਂਜੀ, ਉਹਨੇ ਦੂਰੋਂ ਕੁੱਤੇ ਜੀਭ ਤੀਰ ਮਾਰਿਆ, ਤੀਰ ਦੇ ਵਿੱਚ ਦੂਜਾ ਤੀਰ ਮਾਰਿਆ,
ਦੂਜੇ ਤੀਰ 'ਚ ਤੀਜਾ ਮਾਰਿਆ, ਚੌਥਾ ਮਾਰਿਆ, ਤੀਰ 'ਚ ਤੀਰ ਮਾਰੀ ਗਿਆ। ਉਹ ਤੀਰਾਂ ਸਮੇਤ ਕੁੱਤੇ ਦਾ ਖੂਨ ਵਗਦਾ ਜਦੋਂ ਦਰੋਣਾਚਾਰੀਆ ਕੋਲ ਕੁੱਤਾ ਲੰਘਿਆ, ਉਹ ਕਹਿੰਦਾ ਇਹ ਤਾਂ ਅਰਜਨ ਤੋਂ ਵੀ ਉੱਪਰ ਹੈ। ਇੰਨਾ ਜ਼ਬਰਦਸਤ ਤੀਰ ਅੰਦਾਜ਼। ਪਤਾ ਕਰੀ ਕੌਣ ਹੈ। ਪਤਾ ਕਰਦੇ ਝੌਂਪੜੀ 'ਚ ਪਹੁੰਚ ਗਏ। ਹੁਣ ਉਹ ਵਿਚਾਰਾ ਨੀਵੀਂ ਜਾਤ ਦਾ ਸੀ। ਜਿਹੜਾ ਦਰੋਣਾਚਾਰੀਆ ਸੀ ਉਹਦਾ ਖਾਸ ਸ਼ਿਸ਼ ਸੀ ਅਰਜਨ। ਉਹ ਚਾਹੁੰਦਾ ਸੀ ਅਰਜਨ ਤੋਂ ਤਕੜਾ ਹੋਰ ਕੋਈ ਨਾ ਹੋਵੇ। ਉਹਨੇ ਉਹਨੂੰ ਪੁੱਛਿਆ ਵੀ ਤੂੰ ਇਹ ਤੀਰ ਅੰਦਾਜ਼ੀ ਕਿਸ ਤੋਂ ਸਿੱਖੀ ਹੈ? ਉਹ ਕਹਿੰਦੇ ਮੈਂ ਤੁਹਾਡੇ ਤੋਂ ਸਿੱਖੀ ਹੈ। ਕਹਿੰਦੇ ਨਾ, ਮੈਂ ਤਾਂ ਤੈਨੂੰ ਕੋਈ ਸ਼ਿਸ਼ ਨਹੀਂ ਧਾਰਨ ਕੀਤਾ। ਕਹਿੰਦੇ ਜੀ ਮੈਂ ਤੁਹਾਡੀ ਮੂਰਤੀ ਅੰਦਰ ਬਣਾਈ ਹੋਈ ਹੈ, ਬਸ ਤੁਹਾਨੂੰ ਮੈਂ ਆਪਣਾ ਗੁਰੂ ਮੰਨਦਾ ਹਾਂ, ਇਸ ਲਈ ਮੈਂ। ਕਹਿੰਦੇ ਨਾ ਭਾਈ, ਜਿੰਨਾ ਚਿਰ ਤੂੰ ਗੁਰੂ ਦਕਸ਼ਨਾ ਨਹੀਂ ਦਿੰਦਾ, ਤੂੰ ਕਿਵੇਂ ਕਹਿਦਾ ਮੈਂ ਤੇਰਾ ਗੁਰੂ ਹਾਂ? ਮੈਨੂੰ ਗੁਰੂ ਦਕਸ਼ਨਾ ਦੇ। ਉਹ ਕਹਿੰਦਾ ਬੋਲੋ ਜੀ। ਕਹਿੰਦੇ ਸੱਜੇ ਹੱਥ ਦਾ ਅੰਗੂਠਾ ਵੱਢ ਕੇ ਦੇ ਦੇ। ਭਾਵ ਨਾ ਅੰਗੂਠਾ ਰਹੇਗਾ, ਨਾ ਇਹ ਤੀਰ ਚਲਾ ਸਕੇਗਾ। ਭਾਰੀ ਬੇਇਨਸਾਫੀ ਕੀਤੀ, ਠੀਕ ਹੈ। ਪਰ ਉਹ ਗੁਰੂ ਵਾਲਾ ਤਾਂ ਬਣਿਆ ਜਦੋਂ ਉਹਨੇ ਗੁਰੂ ਦਕਸ਼ਨਾ ਦਿੱਤੀ, ਤਾਂ ਬਣਿਆ। ਇਸ ਤਰ੍ਹਾਂ ਜਿੰਨਾ ਚਿਰ ਅਸੀਂ ਪੰਜ ਪਿਆਰੇ ਤੋਂ ਅੰਮ੍ਰਿਤ ਨਹੀਂ ਛਕਦੇ, ਗੁਰੂ ਗ੍ਰੰਥ ਸਾਹਿਬ ਸਾਨੂੰ ਆਪਣਾ ਸਿੱਖ ਨਹੀਂ ਮੰਨੇਗਾ। ਹੁਣ ਮੰਨ ਲਓ ਮੈਂ ਕਿਸੇ ਰਾਧਾ ਸਾਮੀ ਦੋਸਤ ਮਿੱਤਰ ਤੋਂ ਗੁਰਮੰਤਰ ਪੁੱਛ ਲਿਆ, ਵੈਸੇ ਉਹ ਦੱਸਦੇ ਨਹੀਂ, ਪਰ ਚਲੋ ਸਪੋਜ਼ ਕਰ ਪੁੱਛ ਲਿਆ, ਮੈਂ ਉਹ ਗੁਰਮੰਤਰ ਦਾ ਜਾਪ ਕਰਨ ਲੱਗ ਜਾਂਦਾ, ਮੈਨੂੰ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਮੈਂ ਉਹਨਾਂ ਦੇ ਗੁਰੂ ਨੂੰ ਗੁਰੂ ਹੀ ਨਹੀਂ ਧਾਰਨ ਕੀਤਾ। ਨਹੀਂ ਗੱਲ ਬਣੇਗੀ। ਗੁਰੂ ਧਾਰਨ ਕਰਨਾ ਪਏਗਾ, ਫਿਰ ਉਹ ਗੁਰਮੰਤਰ ਦੇਗਾ, ਫਿਰ ਉਸ ਗੁਰਮੰਤਰ ਦਾ ਜਿਹੜਾ ਹੈ ਅਸਰ ਹੋਵੇਗਾ। ਤਾਂ ਕਹਿੰਦੇ ਵੀ ਜੇ ਰੱਬ ਨੂੰ ਮਿਲਣਾ ਫਿਰ ਪੱਕੇ ਗੁਰੂ ਦੀ ਲੋੜ ਹੈ, ਉਹਨੂੰ ਲੱਭ ਲਓ। ਕਹਿੰਦੇ ਢੂੰਡਤ ਡੋਲੇ ਅੰਧ ਗਤ ਅਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉਂ ਪਾਈਏ ਬਿਨ ਭਗਤੋਂ ਭਗਵੰਤ। ਅੰਧ ਗਤ ਹੁੰਦਾ ਅੰਨਿਆਂ ਦੀ ਤਰ੍ਹਾਂ। ਢੂੰਡਤ ਡੋਲੇ ਅੰਧ ਗਤ ਅਰ ਚੀਨਤ ਨਾਹੀ ਸੰਤ। ਹੁਣ ਸੰਤ ਲੱਭ ਰਹੇ ਨੇ, ਲੱਭ ਰਿਹਾ, ਪਰ ਚੀਨਤ ਨਾਹੀ ਸੰਤ, ਸੰਤ ਦੀ ਪਹਿਚਾਣ ਕੋਈ ਨਹੀਂ। ਹੁਣ ਅੰਨਿਆਂ ਵਾਂਗੂ ਢੂੰਢੀ ਜਾਂਦਾ, ਲੱਭੀ ਜਾਂਦਾ ਹੈ, ਸੰਤ ਦੀ ਪਹਿਚਾਣ ਨਹੀਂ ਹੈਗੀ। ਪਹਿਚਾਣ ਵੀ ਤਾਂ ਹੋਣੀ ਚਾਹੀਦੀ ਹੈ ਨਾ। ਗੁਰੂ ਨਾਨਕ ਦੇਵ ਜੀ ਕੋਲ ਕਿੰਨੇ ਰਹੇ ਹੋਣਗੇ, ਪਰ ਹਰ ਇੱਕ ਨੂੰ ਗੁਰੂ ਨਾਨਕ ਦੀ ਪਹਿਚਾਣ ਨਹੀਂ ਆਈ, ਕਰਦੇ ਜੀਆਂ ਨੂੰ ਨਹੀਂ ਆਈ। ਮਾਂ ਪਿਓ ਜਦੋਂ ਬਹੁਤ ਬੁੱਢੇ ਹੋ ਗਏ, ਗੁਰੂ ਨਾਨਕ ਦੇ ਕਰਤਾਰਪੁਰ ਰਹਿਣ ਲੱਗ ਪਏ, ਫਿਰ ਉਹਨਾਂ ਨੂੰ ਥੋੜ੍ਹੀ ਸੋਝੀ ਆਈ, ਮਿਲਣ ਆ ਗਏ। ਗੁਰੂ ਮਹਾਰਾਜ ਨੇ ਸਤਿਕਾਰ ਕੀਤਾ, ਮਾਂ ਪਿਓ ਨੂੰ ਮੱਥਾ ਟੇਕਿਆ, ਗੱਲਾਂ ਬਾਤਾਂ ਹੋਈਆਂ। ਕਹਿੰਦੇ ਪੁੱਤਰ ਤੂੰ ਇੰਨੀ ਦੁਨੀਆ 'ਤੇ ਕਿਰਪਾ ਕਰਤੀ, ਸਾਡੇ 'ਤੇ ਕਿਉਂ ਨਹੀਂ ਕੀਤੀ? ਸਾਡੇ 'ਤੇ ਵੀ ਕਿਰਪਾ ਕਰ ਦੇ। ਜਦੋਂ ਦੇਖਿਆ ਵੀ ਹਾਂ ਹੁਣ ਅਧਿਕਾਰੀ ਆ ਗਏ ਨੇ, ਪਹਿਲਾਂ ਤਾਂ ਇਹ ਮੈਨੂੰ ਸਮਝਦੇ ਹੀ ਨਹੀਂ ਸੀ ਕੁਛ, ਹੁਣ ਇਹਨਾਂ ਨਾਮ ਦੇ ਅਧਿਕਾਰੀ ਆ ਗਏ ਨੇ। ਉਹਨਾਂ ਨੂੰ ਕਿਸੇ ਉਹਨਾਂ ਦੋਨਾਂ ਦੇ ਸਿਰ 'ਤੇ ਹੱਥ ਰੱਖਿਆ, ਸਮਾਧੀ ਲੱਗ ਗਈ, ਸਮਾਧੀ ਲੱਗ ਗਈ, ਸੱਚਖੰਡ ਚਲੇ ਗਏ। ਕਿੰਨੀ ਦੇਰ ਸਮਾਧੀ ਲੱਗੀ ਰਹੀ, ਗੁਰੂ ਮਹਾਰਾਜ ਨੇ ਫਿਰ ਹੱਥ ਸਮਾਧੀ ਉਹਨੇ ਤੋੜਤੀ। ਕਹਿੰਦੇ ਪੁੱਤ ਇਹ ਕਿਰਪਾ ਤੂੰ ਸਾਡੇ 'ਤੇ ਪਹਿਲਾਂ ਕਿਉਂ ਨਾ ਕੀਤੀ? ਕਹਿੰਦੇ ਪਹਿਲਾਂ ਤੁਸੀਂ ਅਧਿਕਾਰੀ ਹੋਈ ਨਹੀਂ ਸੀ ਹੈਗੇ, ਤੁਸੀਂ ਮੈਨੂੰ ਆਪਣਾ ਪੁੱਤਰ ਹੀ ਸਮਝਦੇ ਰਹੇ, ਮੇਰੇ ਵਿੱਚ ਜੋ ਗੁਰੂਪਣ ਸੀ ਉਹਨੂੰ ਤੁਸੀਂ ਸਮਝੇ ਨਹੀਂ। ਹੁਣ ਤੁਹਾਨੂੰ ਸਮਝ ਆ ਗਈ, ਹੁਣ ਤੁਹਾਡੇ 'ਤੇ ਕਿਰਪਾ ਕਰਤੀ ਹੈ। ਇਹ ਕਿਰਪਾ ਵੀ ਤਾਂ ਹੁੰਦੀ ਹੈ। ਹੁਣ ਪਤਾ ਲੱਗ ਗਿਆ ਵੀ ਹਾਂ ਗੁਰੂ ਨਾਨਕ ਵਾਕਈ ਗੁਰੂ ਹੈ। ਇਸ ਤਰ੍ਹਾਂ ਅੰਨਿਆਂ ਦੀ ਤਰ੍ਹਾਂ ਢੂੰਡਦੇ ਰਹੇ ਨੇ, ਪਰ ਪਹਿਚਾਣ ਨਹੀਂ ਕਿ ਸੰਤ ਕੌਣ ਹੈ। ਚੀਨਤ ਨਹੀਂ ਸੰਤ, ਸੰਤ ਦੀ ਪਹਿਚਾਣ ਨਹੀਂ ਹੈ। ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋਂ ਭਗਵੰਤ। ਭਗਤਾਂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਭਗਤ ਗੁਰੂ ਸੰਤ ਮਹਾਤਮਾ ਲੱਭਣਾ ਪੈਣਾ, ਤਾਂ ਜਾ ਕੇ ਪ੍ਰਾਪਤੀ ਹੋਣੀ ਹੈ।
ਹਰ ਸੋ ਹੀਰਾ ਛਾੜ ਕੇ ਕਰੈਂ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ। ਦੋਜ਼ਕ ਫਾਰਸੀ ਦਾ ਸ਼ਬਦ ਹੈ ਦੋਜ਼ਖ, ਦੱਦੇ ਨੂੰ ਹੋੜਾ, ਜੱਜੇ ਦੇ ਪੈਰ 'ਚ ਬਿੰਦੀ, ਖੱਖਾ। ਜਦੋਂ ਫਾਰਸੀ ਦੇ ਕੁਝ ਸ਼ਬਦ ਪੰਜਾਬੀ 'ਚ ਆਉਂਦੇ ਨੇ, ਉਹਨਾਂ ਦੇ ਸਪੈਲਿੰਗ ਬਦਲ ਜਾਂਦੇ ਨੇ। ਜਿਵੇਂ ਕਾਗਦ, ਕਾਗਜ਼, ਕਾਗਜ਼ ਗੁਰਬਾਣੀ 'ਚ ਕਾਗਦ ਦੇ ਵਰਤਿਆ ਗਿਆ ਹੈ। ਇਸ ਤਰ੍ਹਾਂ ਕੁਝ ਸ਼ਬਦ ਸਪੈਲਿੰਗ ਆਪਣੇ ਬਦਲ ਲੈਂਦੇ ਨੇ ਜੇ ਦੂਜੀ ਜ਼ਬਾਨ 'ਚ ਆਉਂਦੇ ਨੇ। ਦੋਜ਼ਖ ਖੱਖਾ ਕੱਕੇ 'ਚ ਬਦਲ ਗਿਆ ਹੈ। ਤੇ ਨਰ ਦੋਜ਼ਕ ਜਾਹੇਂਗੇ, ਸੱਤ ਭਾਖੈ ਰਵਿਦਾਸ। ਕਹਿੰਦਾ ਰਵਿਦਾਸ ਜੀ ਵੀ ਸੱਤ ਆਖਦੇ ਨੇ, ਭਾਖੈ ਕਹਿੰਦੇ ਹਨ। ਕੀ ਕਹਿੰਦੇ ਨੇ? ਹਰ ਸੋ ਹੀਰਾ ਛੱਡ ਕੇ, ਹਰੀ ਵਰਗੇ ਹੀਰੇ ਨੂੰ ਛੱਡ ਕੇ, ਕਰੈਂ ਆਣ ਜੋ ਆਸ, ਜਿਹੜਾ ਕਿਸੇ ਹੋਰ 'ਤੇ ਆਸ ਲਾਈ ਬੈਠੇ ਨੇ। ਰੱਬ ਨੂੰ ਛੱਡ ਕੇ ਜਿਹੜੇ ਕਿਸੇ ਹੋਰ 'ਤੇ ਆਸ ਲਾਈ ਬੈਠੇ ਨਾ, ਤੇ ਨਰ ਦੋਜ਼ਕ ਜਾਹੇਂਗੇ, ਉਹ ਵਿਅਕਤੀ ਨਰਕਾਂ ਨੂੰ ਜਾਣਗੇ। ਸੱਤ ਭਾਖੈ ਰਵਿਦਾਸ। ਰਵਿਦਾਸ ਕੇ ਸੱਚੀ ਗੱਲ ਕਹਿੰਦਾ, ਰਵਿਦਾਸ ਦੇ ਰੈਫਰੈਂਸ ਦਿੱਤਾ ਵੀ ਰਵਿਦਾਸ ਵੀ ਸੱਚੀ ਗੱਲ ਕਹਿੰਦੇ ਕਿ ਪ੍ਰਾਪਤੀ ਤਾਂ ਸਾਰੀ ਪਰਮਾਤਮਾ ਤੋਂ ਹੋਣੀ ਹੈ। ਪਰਮਾਤਮਾ ਨੇ ਹੀ ਸਾਨੂੰ ਸੱਚਖੰਡ ਤੱਕ ਲੈ ਕੇ ਜਾਣਾ ਹੈ। ਪਰਮਾਤਮਾ ਨੂੰ ਛੱਡ ਕੇ ਹੋਰਾਂ 'ਤੇ ਜਿਹੜਾ ਆਸ ਰੱਖੀ ਬੈਠੇ, ਕਹਿੰਦੇ ਉਹ ਨਹੀਂ ਕਾਮਯਾਬ ਹੁੰਦਾ, ਉਹ ਤਾਂ ਨਰਕਾਂ ਨੂੰ ਜਾਏਗਾ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ। ਅਭਾਗ ਹੁੰਦੀ ਬਦਕਿਸਮਤੀ, ਭਾਗ ਕਿਸਮਤ, ਅਭਾਗ ਬਦਕਿਸਮਤੀ। ਕਬੀਰ ਜੋ ਗ੍ਰਹਿ ਕਰੇ, ਜੇ ਤੂੰ ਭਾਈ ਗ੍ਰਸਤੀ ਹੋਣੇ, ਦੇਖੋ ਦੋਨੋਂ ਹੀ ਦਿੱਤਾ ਹੋਇਆ ਵੀ ਤੁਸੀਂ ਗ੍ਰਸਤੀ ਵੀ ਹੋ ਸਕਦੇ ਹੋ, ਤੁਸੀਂ ਬੈਰਾਗੀ ਵੀ ਹੋ ਸਕਦੇ ਹੋ। ਬੈਰਾਗੀ ਉਹਨੂੰ ਕਹਿੰਦੇ ਨੇ ਜਿਹਦਾ ਮੋਹ ਖਤਮ ਹੋ ਗਿਆ ਵੇ ਸੰਸਾਰ 'ਚ। ਬੈ ਰਾਗ, ਰਾਗ ਮੋਹ ਨੂੰ ਕਹਿੰਦੇ ਨੇ। ਜਿਹਦਾ ਮੋਹ ਖਤਮ ਹੋ ਜਾਣਾ ਸੰਸਾਰਕ ਚੀਜ਼ਾਂ 'ਚ, ਉਹਨੂੰ ਕਹਿੰਦੇ ਬੈਰਾਗੀ। ਉਹ ਇਸ ਲਈ ਜਿਹੜਾ ਉਹ ਘਰ-ਬਾਰ ਛੱਡ ਕੇ ਚਲੇ ਜਾਂਦੇ ਨੇ। ਪੁਰਾਣੇ ਜ਼ਮਾਨੇ 'ਚ ਜਿਹਦਾ ਮੋਹ ਖਤਮ ਹੋ ਜਾਂਦਾ ਸੀ ਨਾ ਸੰਸਾਰ 'ਚੋਂ, ਉਹ ਘਰ-ਬਾਰ ਛੱਡ ਕੇ ਚਲੇ ਜਾਂਦਾ ਸੀ। ਸਿੱਖ ਧਰਮ ਕਹਿੰਦਾ ਨਹੀਂ, ਤੁਸੀਂ ਘਰ 'ਚ ਹੀ ਰਹੋ, ਬਸ ਮੋਹ ਹੀ ਛੱਡਣਾ। ਘਰ ਛੱਡਣ ਦੀ ਲੋੜ ਨਹੀਂ। ਪਰ ਫਿਰ ਵੀ ਕਹਿੰਦੇ ਨੇ ਦੋਨੋਂ ਹੀ ਰਸਤੇ ਨੇ ਮਨੁੱਖ ਲਈ, ਚਾਹੇ ਉਹ ਗ੍ਰਸਤੀ ਬਣ ਜੇ, ਚਾਹੇ ਬੈਰਾਗੀ ਬਣ ਜੇ। ਕਿ ਜੋ ਗ੍ਰਹਿ ਕਰੇ ਤਾਂ ਧਰਮ ਕਰ। ਜੇ ਤੂੰ ਗ੍ਰਸਤੀ ਹੋਣੇ ਤਾਂ ਗ੍ਰਸਤੀਆਂ ਵਾਲੇ ਫਰਜ਼ ਪੂਰੇ ਕਰਨੇ ਪੈਣਗੇ। ਇਹ ਨਹੀਂ ਵੀ ਜਵਾਕ ਜੰਮੇ, ਬੱਚੇ ਜੰਮ ਲਏ, ਉਹਨਾਂ ਨੂੰ ਛੱਡ ਕੇ ਫਿਰ ਆਪ ਜੰਗਲਾਂ ਚਲੇ ਗਿਆ, ਇਹ ਨਹੀਂ ਚਲੇਗਾ। ਕਹਿੰਦੇ ਜੇ ਤੂੰ ਪਰਿਵਾਰ ਵਾਲਾ ਹੈ, ਆਪਣੇ ਪਰਿਵਾਰਕ ਫਰਜ਼ ਪੂਰੇ ਕਰ। ਨਾ ਹੈ ਤਾਂ ਕਰ ਬੈਰਾਗ। ਜੇ ਭਾਈ ਤੂੰ ਪਰਿਵਾਰ ਵਾਲਾ ਨਾ ਨਹੀਂ ਰਹਿਣਾ, ਫਿਰ ਬੈਰਾਗੀ ਬਣ ਜਾ, ਫਿਰ ਠੀਕ ਹੈ। ਮੋਹ ਛੱਡ ਜਾ, ਘਰ-ਬਾਰ ਛੱਡ, ਬੈਰਾਗੀ ਹੋ ਸਕਦਾ ਤੂੰ। ਜੇ ਬਹੁਤ ਸਾਰੇ ਸੰਤ ਮਹਾਤਮਾ ਡੇਰਿਆਂ 'ਤੇ ਰਹਿੰਦੇ ਨੇ, ਪਰਿਵਾਰ ਨਹੀਂ ਹੈਗੇ ਉਹਨਾਂ ਦੇ, ਹਾਂ ਆਪਣੇ ਪਰਿਵਾਰਾਂ 'ਚ ਨਹੀਂ ਰਹਿੰਦੇ। ਕਈ ਵਾਰੀ ਜਿਹੜਾ ਮੈਂ ਦੇਖਿਆ, ਸੰਤ ਸੁਖਦੇਵ ਸਿੰਘ ਦੇ ਪਿਤਾ ਜੀ ਉਹਨਾਂ ਨੂੰ ਮਿਲਣ ਆ ਜਾ ਕਰਦੇ ਸਨ। ਇੱਕ ਵਾਰੀ ਮੈਂ ਵੀ ਬੈਠਾ, ਉਹਨਾਂ ਨੇ ਕਿਹਾ ਪਿਤਾ ਜੀ ਤੁਸੀਂ ਰੋਜ਼-ਰੋਜ਼ ਨਾ ਆਇਆ ਕਰੋ। ਜੇ ਤੁਸੀਂ ਮੈਨੂੰ ਰੋਜ਼-ਰੋਜ਼ ਮਿਲਦੇ ਰਹੇ ਨਾ, ਮੇਰੇ ਅੰਦਰ ਮੋਹ ਪੈਦਾ ਹੋ ਜਾਏਗਾ। ਮਸਾਂ ਮੇਰਾ ਮੋਹ ਟੁੱਟਿਆ, ਤੁਸੀਂ ਦੁਬਾਰਾ ਮੇਰਾ ਮੋਹ ਪੈਦਾ ਕਰ ਦੋਗੇ। ਤੁਸੀਂ ਰੋਜ਼-ਰੋਜ਼ ਨਾ ਆਇਆ ਕਰੋ। ਬਸ ਤੁਸੀਂ ਗੱਲ ਸਾਡੀ ਸਿੱਖਿਆ ਸੁਣ ਲਈ ਹੈ, ਉਸ 'ਤੇ ਅਮਲ ਕਰੋ, ਉਸ 'ਤੇ ਅਮਲ ਕਰੋ। ਸੋ ਕਹਿੰਦੇ ਜਾਂ ਤਾਂ ਫਿਰ ਜੇ ਤੂੰ ਗ੍ਰਸਤੀ ਹੋਣਾ ਤਾਂ ਗ੍ਰਸਤੀਆਂ ਵਾਲਾ ਧਰਮ ਅਪਣਾ, ਉਹ ਫਰਜ਼ ਪੂਰੇ ਕਰ। ਨਹੀਂ ਤਾਂ ਕਰ ਬੈਰਾਗ। ਜੇ ਭਾਈ ਤੂੰ ਗ੍ਰਸਤ ਨੂੰ ਪਸੰਦ ਨਹੀਂ ਕਰਦਾ, ਫਿਰ ਬੈਰਾਗੀ ਹੋ ਜਾ। ਬੈਰਾਗੀ ਬੰਧਨ ਕਰੇ। ਪਰ ਇੱਕ ਵਾਰੀ ਵੈਰਾਗੀ ਬਣ ਕੇ ਤੇ ਜੇ ਤੂੰ ਫਿਰ ਸੰਸਾਰਿਕ ਬੰਧਨਾਂ 'ਚ ਪੈਣਾ ਤਾਂ ਕੋ ਬੜੋ ਭਾਗ, ਫਿਰ ਤੇਰੀ ਵੱਡੀ ਬਦਕਿਸਮਤੀ ਹੈ। ਤੇ ਫਿਰ ਤੇਰੀ ਬਦਕਿਸਮਤੀ ਵੀ ਇੱਕ ਪਾਸੇ ਨੂੰ ਹੋ ਲੈ, ਚਾਹੇ ਗ੍ਰਸਤੀ ਹੋ ਲੈ, ਚਾਹੇ ਬੈਰਾਗੀ ਹੋ ਲੈ। ਇਹ ਨਹੀਂ ਕਿ ਗ੍ਰਸਤੀ ਹੋ ਗਿਆ ਹੈ ਤੇ ਉਹ ਬਾਅਦ ਬੈਰਾਗੀ ਹੋ ਗਿਆ, ਨਹੀਂ ਗੱਲ ਬਣੇਗੀ। ਬੈਰਾਗੀ ਹੋ ਗਿਆ ਫਿਰ ਸੰਸਾਰਿਕ ਬੰਧਨਾਂ 'ਚ ਪੈਂਦਾ ਹੈ ਕਿ ਨਹੀਂ। ਇੱਕ ਫੈਸਲਾ ਕਰਨਾ ਪੈਣਾ। ਜੇ ਗ੍ਰਸਤੀ ਰਹਿਣਾ ਤਾਂ ਗ੍ਰਸਤੀਆਂ ਵਾਲੇ ਫਰਜ਼ ਪੂਰੇ ਕਰਨੇ ਪੈਣਗੇ। ਜੇ ਬੈਰਾਗੀ ਰਹਿਣਾ ਫਿਰ ਸਾਰਾ ਮੋਹ ਤੋੜਨਾ ਪਏਗਾ,
ਫਿਰ ਮੋਹ ਨਹੀਂ ਚਾਹੀਦਾ। ਇਸ ਲਈ ਪੁਰਾਣੇ ਜ਼ਮਾਨੇ 'ਚ ਵੀ ਹਿੰਦੂ ਧਰਮ ਦੇ ਵਿੱਚ 4 ਅਵਸਥਾਵਾਂ ਸਨ। ਪਹਿਲੀ ਸੀ ਬ੍ਰਹਮਚਰੀਆ, 25 ਸਾਲ ਤੱਕ ਬੱਚਾ ਬ੍ਰਹਮਚਾਰੀ ਰਹਿੰਦਾ ਸੀ, ਕੁਆਰਾ ਰਹਿੰਦਾ ਸੀ, ਵਿੱਦਿਆ ਹਾਸਲ ਕਰਦਾ ਸੀ। ਉਦੋਂ ਧਾਰਮਿਕ ਵਿੱਦਿਆ ਹੋਇਆ ਕਰਦੇ ਸੀ। ਮੱਠ ਹੁੰਦੇ ਸਨ, ਜਿਹਨੂੰ ਅੱਜ ਕੱਲ੍ਹ ਆਪਾਂ ਡੇਰੇ ਕਹਿੰਦੇ ਹਾਂ, ਉੱਥੇ ਸਾਧੂਆਂ ਦੇ ਕੋਲੇ ਰਹਿ ਕੇ ਉੱਥੇ ਵਿੱਦਿਆ ਹਾਸਲ ਕਰਦੇ ਸਨ। 25 ਸਾਲ ਤੋਂ ਲੈ ਕੇ 50 ਸਾਲ ਤੱਕ ਉਹ ਫਿਰ ਗ੍ਰਸਥੀ ਰਹਿੰਦੇ ਸਨ। 25 ਸਾਲ ਤੋਂ ਬਾਅਦ ਫਿਰ ਵਿਆਹ ਕਰਾ ਲੈਂਦੇ, 50 ਸਾਲ ਤੱਕ ਗ੍ਰਸਥੀ ਰਹਿੰਦੇ ਸਨ। ਫਿਰ 50 ਸਾਲ ਤੋਂ ਬਾਅਦ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲੇ ਜਾਂਦੇ ਸਨ। ਫਿਰ ਜੰਗਲਾਂ ਚਲੇ ਜਾਂਦੇ ਸਨ। ਬਾਨਪ੍ਰਸਥ ਉਹਨੂੰ ਕਹਿੰਦੇ ਨੇ। ਤੀਸਰੀ ਅਵਸਥਾ ਸੀ ਬਾਨਪ੍ਰਸਥ। 25 ਸਾਲ ਜੰਗਲਾਂ 'ਚ ਰਹਿਣਾ ਹੈ, ਪਰ ਦੁੱਖ ਸੁੱਖ ਵੇਲੇ ਘਰ ਆ ਕੇ ਮਿਲ ਜਾਣਾ ਹੈ। ਕੋਈ ਮੰਨ ਲਓ ਬੱਚੇ ਸ਼ਾਦੀ ਹੈ, ਕੋਈ ਮਰ ਗਿਆ ਹੈ, ਦੁੱਖ ਸੁੱਖ ਦੇ ਵਿੱਚ ਆ ਕੇ ਮਿਲ ਜਾਣਾ, ਫਿਰ ਵਾਪਸ ਜੰਗਲ ਚਲੇ ਜਾਣਾ। 75 ਸਾਲ ਤੋਂ ਬਾਅਦ ਫਿਰ ਸੰਨਿਆਸ ਲੈ ਲੈਣਾ, ਬਸ ਮੁੜ ਕੇ ਘਰ ਆਉਣਾ ਹੀ ਨਹੀਂ ਹੈ, ਤਾਂ ਜੋ ਮੋਹ ਟੋਟਲ ਟੁੱਟ ਜਾਏ। ਮੋਹ ਕਦੋਂ ਕਾਇਮ ਰਹਿੰਦਾ? ਜਦੋਂ ਅਸੀਂ ਮਿਲਦੇ ਰਹਿੰਦੇ ਹਾਂ। ਜਦੋਂ ਅਸੀਂ ਇੱਕ ਦਿਨ ਮਿਲਦੇ ਰਹਿੰਦੇ ਹਾਂ, ਫਿਰ ਮੋਹ ਕਾਇਮ ਰਹੇਗਾ। ਸਿਆਣੇ ਕਹਿੰਦੇ ਅੱਖੋਂ ਓਲੇ ਦਿਲੋਂ ਓਲੇ। ਬਿਲਕੁਲ ਠੀਕ ਹੈ, ਅੱਖੋਂ ਓਲੇ ਦਿਲੋਂ ਓਲੇ। ਹੁਣ ਜਿਹੜਾ ਫੋਰਨ ਕੰਟਰੀ ਚਲਿਆ ਗਿਆ, ਮੈਂ ਕਿਹਾ ਹੁਣ ਤੇਰੇ ਨਾਲ ਕੀ ਲੈਣਾ ਦੇਣਾ ਸਾਡਾ? ਸਤਿ ਸ੍ਰੀ ਅਕਾਲ। ਬਸ ਮੰਨ ਲਓ ਮੈਂ ਬਿਮਾਰ ਹੋ ਗਿਆ, ਤੂੰ ਮੇਰੀ ਕੀ ਮਦਦ ਕਰ ਸਕਦਾ? ਉੱਥੇ ਬੈਠਾ ਕੋਈ ਮੈਂ ਕੀ ਸੀ, ਮੈਨੂੰ ਕੋਈ ਹਸਪਤਾਲ ਚੱਕ ਕੇ ਲੈ ਜਾਏਗਾ ਕਿ ਮੇਰਾ ਜਿਹੜਾ ਹੈ 2-4 ਦਿਨ ਸੇਵਾ ਕਰੇ? ਕੁਛ ਵੀ ਨਾ। ਤੂੰ ਹੁਣ ਮੇਰੇ ਕੰਮ ਨਹੀਂ ਆਉਂਦਾ ਨਾ, ਤੂੰ ਘਰਦਿਆਂ ਦੇ ਕੰਮ ਦਾ ਰਿਹਾ। ਹਾਂ, ਪੈਸੇ ਭੇਜ ਦੇਗਾ, ਵੱਧ ਵਧਾਹੀ ਕਰੇਗਾ, ਪਰ ਨਹੀਂ। ਹੌਲੀ 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 ਮੈਂ ਉਹਨਾਂ ਮੈਨੂੰ ਟੈਲੀਫੋਨ ਨਹੀਂ ਕਰਨਾ, ਮੈਂ ਉਹਨਾਂ ਨੂੰ ਨਹੀਂ ਕਰਨਾ, ਨਿਬੜ ਜਾਣਾ, ਖਤਮ ਹੋ ਜਾਂਦਾ। ਹਾਂਜੀ, ਤਾਂ ਇਸ ਲਈ ਸੰਨਿਆਸ ਲੈਂਦੇ ਸਨ ਕਿ ਮੁੜ ਕੇ ਘਰ ਆਉਣਾ ਹੀ ਨਹੀਂ, ਤਾਂ ਜੋ ਬਿਲਕੁਲ ਸੰਸਾਰਕ ਮੋਹ ਟੁੱਟ ਜਾਵੇ ਅਤੇ ਸਿਰਫ ਪਰਮਾਤਮਾ ਵੱਲ ਨੂੰ ਸਾਰਾ ਧਿਆਨ ਹੋ ਜਾਏ, ਤਾਂ ਪ੍ਰਾਪਤੀ ਹੁੰਦੀ। ਕਹਿੰਦੇ ਜਾਂ ਤਾਂ ਭਾਈ ਗ੍ਰਸਤੀ, ਜੇ ਗ੍ਰਸਤੀ ਬਣਨਾ ਤਾਂ ਗ੍ਰਸਤੀਆਂ ਵਾਲੇ ਫਰਜ਼ ਪੂਰੇ ਕਰਨੇ ਪੈਣੇ। ਜੇ ਭਾਈ ਸੰਨਿਆਸੀ ਬਣਨਾ ਹੈ, ਤੂੰ ਬੈਰਾਗੀ ਬਣਨਾ ਹੈ, ਤਾਂ ਫਿਰ ਬੈਰਾਗੀਆਂ ਦੀ ਤਰ੍ਹਾਂ ਰਹਿਣਾ ਪਏਗਾ। ਪਰ ਬੈਰਾਗੀ ਹੁੰਦਿਆਂ ਹੋਇਆ ਜੇ ਤੂੰ ਸੰਸਾਰਕ ਬੰਧਨਾ ਚਾਹਵੇਂਗਾ, ਫਿਰ ਤੂੰ ਕਿਸੇ ਪਾਸੇ ਦਾ ਵੀ ਨਹੀਂ ਰਹੇਗਾ। ਇਸ ਲਈ ਸਤਿਕਾਰਯੋਗ ਸਾਧ ਸਿੰਘ ਜੀ, ਇੱਥੇ ਜਿਹੜੇ ਨੇ ਕਬੀਰ ਸਾਹਿਬ ਦੇ ਸ਼ਲੋਕ ਸਮਾਪਤ ਹੋ ਗਏ ਨੇ। ਕੱਲ੍ਹ ਨੂੰ ਬਾਬਾ ਫਰੀਦ ਜੀ ਦੇ ਸ਼ਲੋਕ ਸ਼ੁਰੂ ਹੋਣਗੇ। ਪਰਸੋਂ ਨੂੰ ਦੀਵਾਲੀ ਹੈ, ਫਿਰ ਪਰਸੋਂ ਨੂੰ ਕਥਾ ਵਾਰਤਾ ਨਹੀਂ ਹੋਵੇਗੀ, ਕਿਉਂਕਿ ਪਟਾਕੇ ਪਟੂਕੇ ਲੋਕਾਂ ਚਲਾਉਣੇ ਨੇ, ਉਹ ਫਿਰ ਖੜਕੇ ਦੜਕੇ 'ਚ ਗੱਲ ਸੁਣਦੀ ਨਹੀਂ ਹੈਗੀ। ਕੱਲ੍ਹ ਨੂੰ ਕਥਾ ਹੋਵੇਗੀ, ਪਰਸੋਂ ਨਹੀਂ ਹੋਗੀ, ਅੱਗੇ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਏਗੀ। ਕੱਲ੍ਹ ਨੂੰ ਆਪਾਂ ਬਾਬਾ ਫਰੀਦ ਦੇ ਸ਼ਲੋਕਾਂ ਦੀ ਕਥਾ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।